ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਮੰਗਲਾਚਰਨ ਕਰ ਰਹੇ ਨੇ ਗੁਰੂ ਸਾਹਿਬ ਦੇ ਚਰਨ ਕਮਲਾਂ ਦਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁੱਖਾਂ ਦੇ ਸਾਗਰ ਹਨ, ਨਾਗਰ ਗੁਰੂ ਸਾਰੇ ਸੰਸਾਰ ਵਿੱਚ ਪ੍ਰਗਟ ਹਨ। ਜਗਤ ਉਜਾਗਰ ਰੂਪ ਸਾਰੇ ਜਗਤ ਵਿੱਚ ਉਜਾਗਰ ਨੇ, ਪ੍ਰਕਾਸ਼ ਰੂਪ ਹੋ ਕੇ ਸਾਰੇ ਜਗਤ ਨੂੰ ਪ੍ਰਕਾਸ਼ਣੇ ਵਾਲੇ ਹਨ। ਬੰਦੋਂ ਪਦ ਅਰਬਿੰਦ ਕੋ ਉਚਰੋਂ ਕਥਾ ਅਨੂਪ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਤੇ ਬੰਦਨਾ ਕਰਕੇ ਮਹਾਰਾਜ ਜੀ ਦੀ ਜੋ ਅਨੂਪ ਕਥਾ ਹੈ, ਅਨੂਪ ਦਾ ਮਤਲਬ ਹੁੰਦਾ ਵੀ ਜਿਸ ਕਥਾ ਦੀ ਉਪਮਾ ਹੀ ਨਾ ਕੀਤੀ ਜਾ ਸਕੇ। ਗੁਰੂ ਨਾਨਕ ਸਾਹਿਬ ਦੀ ਮਹਾਰਾਜ ਜੀ ਦੀ ਜੇ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ ਕਿ ਇਸ ਕਥਾ ਦੀ ਕੋਈ ਉਪਮਾ ਅਲੰਕਾਰ ਦੇ ਕੇ ਉਪਮਾ ਦੇ ਕੇ ਦੱਸਿਆ ਜਾ ਸਕਦਾ ਵੀ ਫਲਾਣੀ ਕਥਾ ਵਾਂਗੂ ਹੈ? ਨਹੀਂ, ਮੇਰੇ ਸਾਹਿਬ ਦੀ ਕਥਾ ਦੀ ਉਪਮਾ ਅਨੂਪ ਹੈ, ਉਪਮਾ ਤੋਂ ਰਹਿਤ ਹੈ। ਚੌਪਈ ਸ੍ਰੀ ਅੰਗਦ ਸੁਨ ਕਥਾ ਸੁਹਾਨੀ। ਐਸੀ ਅਨੂਪਮ ਕਥਾ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਕਥਨ ਕਰਦਾ ਹਾਂ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸਰਵਣ ਕਰਾ ਰਹੇ ਨੇ। ਹੇ ਗੁਰੂ ਅੰਗਦ ਸਾਹਿਬ, ਮਹਾਰਾਜ ਜੀ ਦੀ ਇਹ ਮਹਾਨ ਕਲਿਆਣਕਾਰੀ ਕਥਾ ਸਰਵਣ ਕਰੋ। ਗਮਨ ਕੀ ਨਿਆਗੇ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਨਗਰ ਦੇ ਜੀਵਾਂ ਦਾ ਉਧਾਰ ਕਰਕੇ ਇੱਥੋਂ ਅੱਗੇ ਵਧੇ ਹਨ। ਹੁਤੋ ਸਤ ਕਰਾ ਏਕ ਸਥਾਨਾ। ਇੱਕ ਨਗਰ ਹੈ, ਨਗਰ ਦਾ ਨਾਮ ਹੈ ਸਤਘਰਾ। ਸਤਘਰਾ ਨਗਰ ਦੇ ਵਿੱਚ ਸਤਿਗੁਰੂ ਜੀ ਆਏ ਹਨ। ਮਿੰਟ ਗੁਮਰੀ ਜ਼ਿਲ੍ਹਾ ਹੈ। ਕੁਝ ਸਮਾਂ ਹੋਇਆ, ਉੱਥੋਂ ਦੇ ਇੱਕ ਬਜ਼ੁਰਗ ਮਿਲੇ ਸਨ ਜੋ ਲਹਿੰਦੇ ਪੰਜਾਬ 'ਚੋਂ ਇੱਧਰ ਆ ਕੇ 47 ਵੇਲੇ ਵੱਸੇ। ਉਹ ਕਹਿੰਦੇ ਸਾਡਾ ਨਗਰ ਸੀ ਸਤਘਰਾ, ਉੱਥੇ ਅਸੀਂ ਰਹਿੰਦੇ ਸਾਂ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪਾਵਨ ਇਤਿਹਾਸਕ ਸਥਾਨ ਸੀ, ਉੱਥੇ ਦਰਸ਼ਨ ਕਰਦੇ ਰਹੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਸਤਘਰੇ ਨਗਰ ਦੇ ਵਿੱਚ ਆਏ ਹਨ। ਤਹਾਂ ਪਹੁੰਚੇ ਕਿਰਪਾ ਨਿਦਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਸਤਘਰਾ ਨਾਮਕ ਨਗਰ ਹੈ, ਇਸ ਨਗਰ ਦੇ ਵਿੱਚ ਪਹੁੰਚੇ ਹਨ। ਗਮਨੇ ਬੌਰ ਬਾਜ਼ਾਰ ਮਜਾਰਾ। ਨਗਰ ਵਿਸ਼ਾਲ ਹੈ। ਨਗਰ ਦੇ ਬਾਜ਼ਾਰ ਵਿੱਚ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ। ਬੈਠ ਗਏ ਇੱਕ ਹਾਟ ਉਦਾਰਾ। ਇੱਕ ਬੜੀ ਵੱਡੀ ਦੁਕਾਨ ਹੈ, ਹੱਟ। ਉਸ ਹੱਟ ਦੇ ਬਿਲਕੁਲ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਸਣ ਲਾਇਆ ਤੇ ਬੈਠ ਗਏ, ਸਜ ਗਏ। ਹੁਤੋ ਤਨਾੜ ਸ਼ਾਹ ਇੱਕ ਭਾਰੀ। ਉਹ ਜਿਹੜਾ ਹੱਟ ਹੈ, ਦੁਕਾਨ ਚੱਲਦੀ ਹੈ, ਉਸ ਦੁਕਾਨ ਦਾ ਜਿਹੜਾ ਮਾਲਕ ਹੈ ਉਹ ਬੜਾ ਵੱਡਾ ਸ਼ਾਹੂਕਾਰ ਹੈ। ਦੁਕਾਨ ਬੜੀ ਵੱਡੀ ਹੈ, ਬੜਾ ਵੱਡਾ ਰਾਸ਼ਨ ਬਹੁਤ ਸਾਰਾ ਦੁਕਾਨ ਦੇ ਵਿੱਚ ਭਰਿਆ ਪਿਆ, ਲੋਕਾਂ ਨੂੰ ਵੇਚ ਰਿਹਾ ਹੈ। ਬੜਾ ਵੱਡਾ ਸ਼ਾਹੂਕਾਰ ਹੈ ਉਸ ਦੁਕਾਨ ਦੇ ਵਿੱਚ। ਕਾਮੇ ਜੈ ਕੇ ਬਹੁਤ ਅਗਾਰੀ। ਅੱਗੇ ਉਹਨੇ ਕਈ ਨੌਕਰ ਚਾਕਰ ਰੱਖੇ ਹੋਏ ਨੇ। ਸ਼ਾਹੂਕਾਰ ਹੈ ਜਿਹਦੀ ਉਹ ਦੁਕਾਨ ਹੈ। ਫਿਰ ਏਡਾ ਵੱਡਾ ਸ਼ਾਹੂਕਾਰ ਹੈ ਕਿ ਕਈ ਤਾਂ ਉਹਨੇ ਅੱਗੇ ਆਪਣੇ ਗੁਮਾਸ਼ ਤੇ ਰੱਖੇ ਹੋਏ ਨੇ, ਨੌਕਰ ਰੱਖੇ ਹੋਏ ਨੇ। ਜਗ ਕੇ ਤੰਦ ਅਧਿਕ ਸੋ ਕਰਈ। ਜਿਹੜੇ ਜਗਤ ਦੇ ਧੰਦੇ ਨੇ ਉਹ ਕਰਦੇ ਹਨ। ਉਹ ਸ਼ਾਹੂਕਾਰ ਵੀ ਜਗਤ ਦੇ ਬਹੁਤ ਸਾਰੇ ਧੰਦਿਆਂ ਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਰਿਦੇ ਨਾਮ ਹਰ ਕਦੇ ਨ ਧਰਈ। ਇਹੋ ਜਿਹਾ ਖਚਤ ਹੈ ਧੰਦਿਆਂ ਦੇ ਵਿੱਚ ਕਿ ਕਦੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਹਿਰਦੇ ਵਿੱਚ ਕਦੇ ਅਕਾਲ ਪੁਰਖ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਧੰਦਿਆਂ ਵਿੱਚ ਐਸਾ ਮਸਤ ਹੈ। ਕਰਤ ਬਨਜ ਸਭ ਦਿਵਸ ਬਿਤਾਵਤ। ਸਾਰਾ ਦਿਨ ਵਣਜ ਕਰਦਿਆਂ, ਦੁਕਾਨ ਵਿੱਚ ਦੁਕਾਨਦਾਰੀ ਕਰਦਿਆਂ, ਨੌਕਰਾਂ ਨਾਲ ਮਗਜਮਾਰੀ ਕਰਦਿਆਂ ਬਤੀਤ ਕਰ ਦਿੰਦਾ ਹੈ। ਪਚੀ ਪਇਓ ਕਬੀ ਨਾ ਬਿਸਰਾਵਤ। ਇਹੋ ਜਿਹਾ ਪਚਿਆ ਹੋਇਆ ਹੈ ਉਹਨਾਂ ਕੰਮਾਂ ਧੰਦਿਆਂ ਦੇ ਵਿੱਚ ਕਿ ਰਾਤ ਨੂੰ ਜਦੋਂ ਆ ਕੇ ਪਲੰਘੇ ਤੇ ਪੈਂਦਾ ਉਦੋਂ ਵੀ ਉਹਨੂੰ ਉਹ ਕੰਮ ਚੇਤੇ ਰਹਿੰਦੇ, ਉਦੋਂ ਵੀ ਉਹਨਾਂ ਧੰਦਿਆਂ ਦੇ ਵਿੱਚ ਹੀ ਉਹਦੀ ਸੁਰਤ ਖਚਤ ਰਹਿੰਦੀ ਹੈ। ਦੋਹਰਾ ਘਟੀ ਦੋਏ ਦਿਨ ਜਬ ਰਹਾ
ਮਰਦਾਨੇ ਦ੍ਰਿਗ ਲਾਏ। ਸਤਿਗੁਰੂ ਜੀ ਉਹਦੀ ਦੁਕਾਨ ਦੇ ਸਾਹਮਣੇ ਬੈਠੇ ਨੇ, ਦੁਕਾਨ ਦੇ ਵਿੱਚ ਲੋਕ ਆ ਰਹੇ ਨੇ ਜਾ ਰਹੇ ਨੇ, ਬੜੀ ਗਾਹਕੀ ਹੈ, ਦੁਕਾਨ ਬੜੀ ਚੱਲ ਰਹੀ ਹੈ। 2 ਘੜੀਆਂ ਜਦੋਂ ਦਿਨ ਰਹਿ ਗਿਆ ਨਾ, ਸ਼ਾਮ ਜੇ ਦਾ ਸਮਾਂ ਹੋ ਗਿਆ, ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਵੇਖਿਆ, ਨਿਗਾਹ ਲਾਈ ਤੇ ਧਿਆਨ ਨਾਲ ਵੇਖਦੇ ਹਨ। ਕਯੋ ਸੁਖੀ ਬੋ ਸ਼ਾਹ ਏ ਸੁਖ ਸੋ ਦਿਵਸ ਬਿਤਾਏ। ਭਾਈ ਸਾਹਿਬ ਜੀ ਬੋਲੇ, ਮਹਾਰਾਜ ਸ਼ਾਹੂਕਾਰ ਕਿੱਡਾ ਸੁਖੀ ਹੈ। ਆਪਾਂ ਦੁਪਹਿਰ ਦੇ ਆ ਕੇ ਇੱਥੇ ਬੈਠੇ ਆ, ਕਿੰਨੀ ਦੁਕਾਨ ਚੱਲਦੀ ਹੈ, ਨੌਕਰ ਚਾਕਰ ਕਿੰਨੇ ਨੇ, ਮੂੰਹ ਤੋਂ ਜਿਹੜਾ ਬੋਲ ਬੋਲਦਾ ਨੌਕਰ ਝੱਟ ਕਰਦੇ ਨੇ। ਇਹ ਸ਼ਾਹੂਕਾਰ ਮਹਾਰਾਜ ਕਿੰਨਾ ਸੁਖੀ ਹੈ, ਕਿੰਨੇ ਸੁੱਖਾਂ ਦੇ ਨਾਲ ਇਹ ਦਿਨ ਪੇ ਬਤੀਤ ਕਰਦਾ ਹੈ। ਚੋਪਈ ਕਬ ਕੀ ਤੁਮ ਬੈਠੇ ਇਸ ਥਾਈ। ਮਹਾਰਾਜ ਜੀ ਤੁਸੀਂ ਦੁਪਹਿਰ ਤੋਂ ਇੱਥੇ ਆ ਕੇ ਬੈਠੇ ਹੋਏ ਹੋ। ਦ੍ਰਿਸ਼ਟ ਨਾ ਇਸ ਕੀ ਹਮ ਦਿਸ਼ ਆਈ। ਦੇਖੋ ਕਿੰਨਾ ਸੁਖੀ ਹੈ, ਆਪਣੇ ਕੰਮਾਂ ਵਿੱਚ ਕਿੰਨਾ ਵਿਅਸਤ ਹੈ ਕਿ ਉਹਨੇ ਤੁਹਾਡੇ ਵੱਲ ਨਿਗਾਹ ਮਾਰ ਕੇ ਨਹੀਂ ਵੇਖਿਆ। ਦੁਪਹਿਰ ਦਾ ਸ਼ਾਮ ਪੈ ਗਈ, ਕਿ ਤੁਹਾਡੇ ਵੱਲ ਵੇਖਿਆ ਤੱਕ ਵੀ ਨਹੀਂ। ਕੋਈ ਮਹਾਤਮਾ ਆਏ ਨੇ, ਸੰਤ ਆਏ ਨੇ, ਕਿੰਨਾ ਸੁਖੀ ਸ਼ਾਹੂਕਾਰ ਹੈ ਮਹਾਰਾਜ। ਕਿਵੇਂ ਆਪਣੇ ਧੰਦਿਆਂ ਵਿੱਚ, ਆਪਣੇ ਕਾਰ ਵਿਹਾਰ ਵਿੱਚ ਕਿੰਨਾ ਖਚਤ ਹੈ ਕਿ ਤੁਹਾਡੇ ਵੱਲ ਨਿਗਾਹ ਮਾਰ ਕੇ ਵੀ ਇਹਨੇ ਨਹੀਂ ਵੇਖਿਆ। ਕਰਨ ਦਾਨ ਕੀ ਮਨ ਮੈਂ ਨਾਹੀ। ਸ਼ਾਹੂਕਾਰ ਬੜਾ ਵੱਡਾ ਹੈ, ਦੁਕਾਨ ਇਹਦੀ ਬੜੀ ਚੱਲਦੀ ਹੈ, ਪਰ ਦਾਨ ਕਰਨ ਦੀ ਬਿਰਤੀ ਇਹਦੇ ਅੰਦਰ ਨਹੀਂ ਜਾਪਦੀ। ਜੇ ਕਿਤੇ ਇਹਦੇ ਅੰਦਰ ਦਾਨ ਕਰਨ ਦੀ ਬਿਰਤੀ ਹੁੰਦੀ ਤੇ ਤੁਹਾਡੇ ਵੱਲ ਨਿਗਾਹ ਮਾਰਦਾ, ਆ ਕੇ ਪੁੱਛਦਾ, ਮਹਾਰਾਜ ਸੰਤ ਜੀ ਕੋਈ ਸੇਵਾ ਟਹਿਲ ਫਰਮਾਓ। ਮਹਾਰਾਜ ਮੈਨੂੰ ਨਹੀਂ ਜਾਪਦਾ ਕਦੇ ਇਹਨੇ ਦਾਨ ਕੀਤਾ ਹੋਵੇ, ਕਦੇ ਦਾਨ ਵਿੱਚ ਇਹਨੇ ਆਪਣਾ ਮਨ ਨਹੀਂ ਲਾਇਆ ਜਾਪਦਾ। ਬੇਮੁਖ ਸੰਤਨ ਤੇ ਇਹ ਆਹੀ। ਮਹਾਰਾਜ ਮੈਨੂੰ ਇਹ ਵੀ ਜਾਪਦਾ ਵੀ ਇਹ ਮਹਾਂਪੁਰਸ਼ਾਂ ਸਾਧੂਆਂ ਤੋਂ ਬੇਮੁਖ ਹੈ, ਇਹ ਕਿਸੇ ਸੰਤ ਦੀ, ਕਿਸੇ ਸਾਧੂ ਦੀ ਸੇਵਾ ਨਹੀਂ ਕਰਦਾ। ਕਬੀ ਨਾ ਸੇਵ ਕਿਸੂ ਕੀ ਕਰਈ। ਇਹ ਨਹੀਂ ਕਦੇ ਕਿਸੇ ਮਹਾਂਪੁਰਸ਼ ਦੀ, ਕਿਸੇ ਮਹਾਤਮਾ ਦੀ, ਕਿਸੇ ਗੁਰਮੁਖ ਦੀ ਸੇਵਾ ਕਰਦਾ। ਭਾਉ ਭਗਤ ਕੋ ਹਿਰਦੇ ਨਾ ਧਰਈ। ਨਾ ਇਹਨੇ ਕਦੇ ਆਪਣੇ ਹਿਰਦੇ 'ਚ ਕੋਈ ਪ੍ਰੇਮਾ ਭਗਤੀ ਧਾਰਨ ਕੀਤੀ ਆ, ਨਾ ਕਦੇ ਭਾਉ ਬਣਾਇਆ ਹੈ। ਸੁਖੀ ਰਹਿਤ ਉਲਟੀ ਇਹ ਜਾਨੀ। ਪਰ ਵੇਖਣ ਨੂੰ ਬੜਾ ਸੁਖੀ ਹੈ ਮਹਾਰਾਜ, ਮੈਨੂੰ ਬੜਾ ਉਲਟ ਜਿਹਾ ਪ੍ਰਤੀਤ ਹੁੰਦਾ ਹੈ ਵੀ ਜਿਹੜੇ ਬੰਦੇ ਨੇ ਕਦੇ ਕਿਸੇ ਮਹਾਂਪੁਰਸ਼ ਦੀ ਸੇਵਾ ਨਹੀਂ ਕੀਤੀ, ਕਦੇ ਕੋਈ ਭਾਉ ਭਗਤੀ ਨਹੀਂ ਕੀਤੀ, ਰੱਬ ਨਹੀਂ ਕੀਤਾ, ਉਹ ਬੰਦਾ ਸੁਖੀ ਕਿਵੇਂ ਹੋ ਸਕਦਾ। ਪਰ ਮਹਾਰਾਜ ਇੱਥੇ ਤਾਂ ਉਲਟ ਹੈ ਵੀ ਮੈਨੂੰ ਨਹੀਂ ਲੱਗਦਾ ਵੀ ਕਦੇ ਇਹਨੇ ਕੋਈ ਸੇਵਾ ਟਹਿਲ ਕੀਤੀ, ਕੋਈ ਦਾਨ ਪੁੰਨ ਕੀਤਾ ਹੋਵੇ। ਇਹਦਾ ਸੁਖੀ ਬੜਾ ਮਹਾਰਾਜ। ਫਿਰ ਇਹ ਸੁਖੀ ਕਿਵੇਂ ਆ ਮਹਾਰਾਜ ਇਹਨਾਂ, ਜੇ ਕਦੇ ਨੇ ਇਦਾਂ ਦੇ ਚੰਗੇ ਕੰਮ ਨਹੀਂ ਕੀਤੇ। ਸੁਨ ਕੇ ਅਸ ਬੋਲੀ ਗੁਣ ਖਾਨੀ। ਗੁਣਾਂ ਦੇ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਮਰਦਾਨਾ ਜੀ ਦੇ ਬੋਲ ਸੁਣੇ, ਬਚਨ ਸੁਣੇ, ਸੁਣ ਕੇ ਮਹਾਰਾਜ ਜੀ ਬੋਲੇ, ਰੀਤ ਕਲੁਖ ਕੀ ਦੁੱਖ ਕੋ ਦੇਈ। ਮਹਾਰਾਜ ਜੀ ਕਹਿੰਦੇ ਆ, ਮਰਦਾਨਿਆਂ ਜਿਹੜੇ ਪਾਪ ਕਰਮ ਹੁੰਦੇ ਆ ਨਾ, ਪਾਪ ਕਰਮ ਜਿਹੜੇ ਨੇ ਉਹੀ ਮਨੁੱਖ ਨੂੰ ਦੁੱਖ ਦਿੰਦੇ ਹਨ। ਪਾਪ ਕਰਮ ਬੀਜ ਨੇ, ਜਿਸ ਬੀਜ ਤੋਂ ਦੁੱਖ ਰੂਪੀ ਬੂਟਾ ਤੇ ਫਲ ਪੈਦਾ ਹੁੰਦਾ ਹੈ। ਜਿਹੜੇ ਜੀਵ ਕਲੁਖ ਕਰਦੇ ਆ, ਪਾਪ ਕਰਦੇ ਆ, ਉਹ ਪਾਪ ਕਰਨ ਵਾਲੇ ਮਨੁੱਖ ਦੁਖੀ ਹੁੰਦੇ ਹਨ। ਜਿਨੇ ਗਿਆਨ ਸੁਖੀਏ ਹੈ ਤੇ ਮਰਦਾਨਿਆਂ ਸੁਖੀ ਉਹ ਹੈ ਜਿਹਨੂੰ ਗਿਆਨ ਹੋਵੇ, ਜਿਹਨੂੰ ਤਤਵ ਗਿਆਨ ਦੀ ਸੋਝੀ ਹੋ ਜੇ, ਉਹ ਸੁਖੀ ਹੈ। ਤੇ ਜਿਹੜੇ ਪਾਪ ਕਰਮ ਨੇ ਉਹ ਬੰਦੇ ਨੂੰ ਦੁੱਖ ਦਿੰਦੇ ਨੇ। ਜਿਹੜਾ ਆਤਮਾ ਦਾ ਗਿਆਨ ਹੈ ਨਿਜ ਆਪੇ ਦਾ, ਉਹ ਸੁਖ ਬਖਸ਼ਦਾ। ਜਿਨ੍ਹਾਂ ਨੂੰ ਆਤਮ ਗਿਆਨ ਦੀ ਸੋਝੀ ਆ ਉਹ ਸੁਖੀ ਹਨ। ਬਿਨ ਸੂਰਜ ਕਬ ਨੇ ਦਿਨ ਆਹੀ। ਕਦੇ ਸੂਰਜ ਤੋਂ ਬਿਨਾਂ ਦਿਨ ਨਹੀਂ ਚੜ੍ਹਦਾ ਮਰਦਾਨਿਆਂ। ਸੂਰਜ ਚੜ੍ਹੇ ਤੇ ਦਿਨ ਚੜ੍ਹਦਾ। ਸੂਰਜ ਦੇ ਉਦੇ ਹੋਏ ਬਿਨਾਂ ਜਿਵੇਂ ਦਿਨ ਨਹੀਂ ਹੁੰਦਾ। ਹੀਨ ਗਿਆਨ ਤਿਉ ਸੁਖ ਕੈ ਨਾਈ। ਇਸੇ ਤਰ੍ਹਾਂ ਮਰਦਾਨਿਆਂ ਗਿਆਨ ਤੋਂ ਹੀਣੇ ਬੰਦੇ ਨੂੰ ਕਦੇ ਸੁੱਖ ਨਹੀਂ ਹੋ ਸਕਦਾ, ਭਾਵੇਂ ਇਸ ਸ਼ਾਹੂਕਾਰ ਵਾਂਗੂ ਉਹਦੇ ਕੋਲ ਸਭ ਕੁਝ ਹੋਵੇ। ਜੇ ਗਿਆਨ ਨਹੀਂ ਹੈ ਤਾਂ ਗਿਆਨ ਤੋਂ ਬਿਨਾਂ ਕਦੇ ਸੁੱਖ ਨਹੀਂ ਹੋ ਸਕਦਾ। ਜਿਵੇਂ ਸੂਰਜ ਚੜੇ ਬਿਨਾਂ ਦਿਨ ਨਹੀਂ ਨਾ ਉੱਗ ਸਕਦਾ, ਸੂਰਜ ਉਹਦੇ ਹੋਵੇਗਾ ਤੇ ਦਿਨ ਚੜੇਗਾ। ਇਸੇ ਤਰ੍ਹਾਂ ਜਿਹਨੂੰ ਗਿਆਨ ਹੋਵੇਗਾ ਉਹ ਸੁਖੀ ਹੋਵੇਗਾ। ਬਿਨਾਂ ਗਿਆਨ ਤੋਂ ਕਦੇ ਵੀ ਮਰਦਾਨਿਆਂ ਕੋਈ ਸੁਖੀ ਨਹੀਂ ਹੁੰਦਾ। ਜੇਕਰ ਤੇਰੇ ਉਰ ਸੰਦੇਹੋ। ਤੇ
ਜਿਹੜਾ ਤੈਨੂੰ ਇਹ ਸ਼ਾਹੂਕਾਰ ਸੁਖੀ ਪ੍ਰਤੀਤ ਹੁੰਦਾ ਹੈ, ਮਰਦਾਨਿਆ ਜੇ ਤੇਰੇ ਮਨ 'ਚ ਸੰਦੇਹ ਹੈ ਵੀ ਇਹ ਸੁਖੀ ਹੈ ਤੇ ਫਿਰ ਏਦਾਂ ਕਰ, ਸ਼ਾਹ ਬੁਲਾਏ ਬੂਝ ਕਿਨ ਲਿਓ। ਇਹ ਸ਼ਾਹੂਕਾਰ ਨੂੰ ਬੁਲਾ ਤੇ ਇਹਨੂੰ ਪੁੱਛ ਲਈਏ ਕਿ ਇਹ ਸੁਖੀ ਹੈ। ਪੁੱਛ ਲੈਨੇ ਅਜੇ ਮਰਦਾਨਿਆ ਤੈਨੂੰ ਸੰਦੇਹ ਹੈ ਵੀ ਇਹ ਸੁਖੀ ਹੈ ਤਾਂ ਫਿਰ ਇਹਨੂੰ ਬੁਲਾ ਤੇ ਬੁਲਾ ਕੇ ਇਹਨੂੰ ਪੁੱਛੀਏ। ਸੁਨ ਕਰ ਇਸ ਪ੍ਰਕਾਰ ਮਰਦਾਨੇ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਸੁਣ ਕੇ ਭਾਈ ਮਰਦਾਨਾ ਜੀ ਸ਼ਾਹ ਸੰਗ ਤਬ ਬਚਨ ਬਖਾਨੇ। ਉਸ ਸ਼ਾਹੂਕਾਰ ਦੇ ਕੋਲ ਭਾਈ ਸਾਹਿਬ ਜੀ ਉਹਦੀ ਦੁਕਾਨ ਦੇ ਵਿੱਚ ਗਏ ਤੇ ਜਾ ਕੇ ਸ਼ਾਹੂਕਾਰ ਨੂੰ ਕਹਿਣ ਲੱਗੇ, ਸੁਖ ਵਿਸ਼ਾਲ ਮੈਂ ਤੁਮ ਕੋ ਜੋਆ। ਕਹਿਣ ਲੱਗੇ ਸੇਠ ਜੀ ਬੜੇ ਸੁਖੀ ਹੋ, ਮੈਂ ਤਾਂ ਤੁਹਾਨੂੰ ਬੜਾ ਸੁਖੀ ਬੰਦਾ, ਸੁਖੀ ਤੇ ਸਮਰਿੱਧ ਬੰਦਾ ਵੇਖ ਰਿਹਾ ਕਿ ਤੁਸੀਂ ਬੜੇ ਸੁਖੀ ਹੋ, ਬੜੇ ਖੁਸ਼ੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹੋ। ਕੌਣ ਪੁੰਨ ਕੀਏ ਜਾਂਤੇ ਹੋਆ। ਇਹ ਦੱਸੋ ਵੀ ਤੁਸੀਂ ਇਹੋ ਜਿਹਾ ਕਿਹੜਾ ਪੁੰਨ ਕਰਮ ਕੀਤਾ ਹੈ ਜਿਹਦੇ ਨਾਲ ਤੁਹਾਨੂੰ ਇੰਨੇ ਸੁੱਖ ਪ੍ਰਾਪਤ ਨੇ। ਸ਼ਾਹੂਕਾਰ ਆ, ਨੌਕਰ ਚਾਕਰ ਅੱਗੇ ਪਿੱਛੇ ਦੌੜੇ ਫਿਰਦੇ ਆ, ਇਹੋ ਜਿਹਾ ਕਿਹੜਾ ਤੁਸੀਂ ਪੁੰਨ ਕਰਮ ਕੀਤਾ ਕਿ ਤੁਸੀਂ ਇਤਨੇ ਸੁਖੀ ਹੋ। ਜਾਂਤੇ ਨਿਸ ਦਿਨ ਜਾਣਤ ਨਾਈ। ਨਾ ਤੁਹਾਨੂੰ ਦਿਨ ਦਾ ਬੋਧ ਹੈ ਨਾ ਰਾਤ ਦਾ, ਬਸ ਦਿਨ ਰਾਤ ਕੰਮ ਹੀ ਕੰਮ ਕਰੀ ਜਾਂਦੇ ਹੋ, ਦੁਕਾਨ ਦੇ ਧੰਦੇ ਹੀ ਕਰੀ ਜਾਂਦੇ ਹੋ। ਇਹੋ ਜਿਹਾ ਕਿਹੜਾ ਤੁਸੀਂ ਦਾਨ ਪੁੰਨ ਕੀਤਾ ਹੈ, ਇਹੋ ਜਿਹਾ ਕਿਹੜਾ ਪੁੰਨ ਕਰਮ ਕੀਤਾ ਕਿ ਇਤਨੇ ਸੁਖੀ ਹੋ। ਮਗਨ ਰਹੋ ਆਪਣੇ ਸੁਖ ਮਾਈ। ਆਪਣੇ ਹੀ ਸੁੱਖ ਵਿੱਚ ਮਗਨ ਹੋ, ਰਾਤ ਦਿਨ ਇਸ ਦੁਕਾਨ ਦੇ ਧੰਦੇ ਵਿੱਚ ਹੀ ਮਸਤ ਹੋ। ਲਖ ਦਰਵੇਸ਼ ਬੇਸ਼ ਮਨ ਮਾਈ। ਜਦੋਂ ਸ਼ਾਹੂਕਾਰ ਨੇ ਭਾਈ ਮਰਦਾਨੇ ਵੱਲ ਵੇਖਿਆ ਵੀ ਕੋਈ ਦਰਵੇਸ਼ ਜਾਪਦਾ ਹੈ, ਨਾਲ ਹੀ ਦੂਰ ਨਿਗਾਹ ਪਈ ਸਾਹਮਣੇ ਸਤਿਗੁਰੂ ਜੀ ਵੀ ਬੈਠੇ ਸਨ, ਤੋ ਇਸ ਸ਼ਾਹੂਕਾਰ ਨੇ ਵੇਖਿਆ ਵੀ ਕੋਈ ਦਰਵੇਸ਼ ਮਹਾਂਪੁਰਸ਼ ਹਨ। ਬੋਲਿਓ ਸ਼ਾਹ ਅਧਿਕ ਦੁੱਖ ਜਾਈ। ਉਹ ਸ਼ਾਹੂਕਾਰ ਜਿਹੜਾ ਵੇਖਣ ਨੂੰ ਬਾਹਰੋਂ ਬੜਾ ਸੁਖੀ ਪ੍ਰਤੀਤ ਹੋ ਰਿਹਾ ਸੀ, ਪਰ ਅੰਦਰੋਂ ਉਹਦੇ ਵਰਗਾ ਕੋਈ ਦੁਖੀ ਨਹੀਂ ਸੀ ਪੂਰੇ 7 ਘਰੇ ਵਿੱਚ। ਪੂਰੇ 7 ਘਰੇ ਪਿੰਡ ਵਿੱਚ ਉਹਦੇ ਵਰਗਾ ਦੁਖੀ ਨਹੀਂ ਸੀ। ਉਹ ਆਪਣੇ ਹਿਰਦੇ ਦੀ ਭਿਆਨਕ ਦੁੱਖ ਦੀ ਵੇਦਨਾ ਕਰਕੇ ਬੋਲਿਆ, ਸਰਬ ਜਗਤ ਮੈਂ ਮੋਏ ਸਮਾਨਾ। ਕਹਿਣ ਲੱਗਾ ਸੰਤ ਜੀ ਮੇਰੇ ਨਾਲ ਬਾਹਰਲੇ ਸੁੱਖਾਂ ਨੂੰ ਵੇਖ ਕੇ ਤੁਸੀਂ ਸਮਝ ਰਹੇ ਹੋ ਵੀ ਮੇਰੇ ਵਰਗਾ ਕੋਈ ਸੁਖੀ ਨਹੀਂ, ਪਰ ਸੱਚਾਈ ਇਹ ਹੈ ਕਿ ਮੇਰੇ ਸਮਾਨ ਇਸ ਸਾਰੇ ਜਗਤ ਵਿੱਚ ਔਰ ਨ ਕੋ ਦੁਖੀ ਮਹਾਨਾ। ਮੇਰੇ ਸਮਾਨ ਇਸ ਜਗਤ ਵਿੱਚ ਕੋਈ ਦੂਜਾ ਦੁਖੀ ਨਹੀਂ ਹੋਣਾ, ਜਿੱਡਾ ਵੱਡਾ ਡਾਢਾ ਦੁਖੀ ਮੈਂ ਆ। ਉਹ ਕਹਿੰਦਾ ਮੇਰੇ ਵਰਗਾ। ਅਕਸਰ ਸਾਨੂੰ ਕਿਸੇ ਦਾ ਬਹੁਤ ਵੱਡਾ ਸਮਿਰਧੀ ਵੇਖ ਕੇ, ਕਿਸੇ ਦੀ ਕੋਈ ਚੰਗੀ ਪਦਵੀ ਵੇਖ ਕੇ, ਚੰਗਾ ਰੁਤਬਾ ਵੇਖ ਕੇ, ਚੰਗਾ ਖਾਣਾ ਪਹਿਨਣਾ ਰਹਿਣਾ ਵੇਖ ਕੇ ਅਸੀਂ ਭਰਮ 'ਚ ਪੈ ਜਾਂਦੇ ਆ ਵੀ ਇਹ ਬੰਦੇ ਬੜੇ ਸੁਖੀ ਹੋਣਗੇ। ਪਰ ਖਾਲਸਾ ਜੀ ਜਿਵੇਂ ਕਿ ਪਹਿਲਾਂ ਸਤਿਗੁਰੂ ਜੀ ਦੱਸ ਆਏ ਨੇ, ਸੁੱਖ ਦਾ ਸੰਬੰਧ ਦੁਨੀਆ ਦੇ ਕਿਸੇ ਪਦਾਰਥ ਨਾਲ ਨਹੀਂ, ਸੁੱਖ ਦਾ ਸੰਬੰਧ ਗਿਆਨ ਨਾਲ ਹੈ। ਜਿਵੇਂ ਦਿਨ ਦਾ ਸੰਬੰਧ ਸੂਰਜ ਨਾਲ ਹੈ ਨਾ, ਬਿਨਾਂ ਸੂਰਜ ਉਦੇ ਹੋਇਆਂ ਦਿਨ ਨਹੀਂ ਚੜ੍ਹਦਾ, ਇਸੇ ਤਰ੍ਹਾਂ ਬਿਨਾਂ ਆਤਮਾ ਦੇ ਗਿਆਨ ਤੋਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਭੁਲੇਖਾ ਪੈ ਜਾਂਦਾ, ਭਰਮ ਪੈ ਜਾਂਦਾ ਬੰਦੇ ਨੂੰ ਕਿ ਸ਼ਾਇਦ ਇਹ ਬਾਹਰੀ ਧਨ ਹੋਣ ਦੇ ਨਾਲ ਕੋਈ ਬੰਦਾ ਸੁਖੀ ਹੋ ਜਾਂਦਾ। ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਭਰਮਾਈਐ। ਬੰਦਾ ਸੋਚਦਾ ਵੀ ਬਹੁਤ ਧਨ ਖੱਟ ਲਈਏ ਤੇ ਸੁਖੀ ਹੋ ਜਾਈਦਾ, ਨਹੀਂ। ਕੋਈ ਕਹਿੰਦਾ ਚੰਗੇ ਨਾਚ ਗਾਣੇ ਵੇਖੀਏ, ਮਨੋਰੰਜਨ ਕਰੀਏ ਤੇ ਸ਼ਾਇਦ ਸੁਖੀ ਹੋ ਜਾਈਦਾ, ਮਹਾਰਾਜ ਜੀ ਕਹਿੰਦੇ ਨਹੀਂ। ਕੋਈ ਕਹਿੰਦਾ ਬਾਹਰ ਘੁੰਮ ਫਿਰ ਆਈਏ, ਕਿਤੇ ਦੂਰ ਦੁਰਾਡੇ ਦੇਸਾਂ ਪ੍ਰਦੇਸਾਂ ਵਿੱਚ ਚੰਗੀਆਂ ਛਾਵਾਂ ਵੇਖੀਏ ਤੇ ਸ਼ਾਇਦ ਸੁਖੀ ਹੋ ਜਾਈਦਾ, ਮਹਾਰਾਜ ਜੀ ਕਹਿੰਦੇ ਨਹੀਂ। ਇਹਨਾਂ ਦੇ ਨਾਲ ਬੰਦਾ ਸੁਖੀ ਨਹੀਂ ਹੁੰਦਾ, ਕਿਉਂਕਿ ਗਿਆਨ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਰਾਤ ਦੇ ਸਮੇਂ ਅਸੀਂ ਬਥੇਰੀਆਂ ਲਾਈਟਾਂ ਜਗਾ ਲੈਨੇ ਆ, ਇਤਨੇ ਵੱਡੇ ਲਾਈਟਾਂ ਦੇ ਸੋਰਸ ਨੇ, ਪ੍ਰਬੰਧ ਨੇ ਕਿ ਰਾਤ ਦੇ ਸਮੇਂ ਅਸੀਂ ਦਿਨ ਨੂੰ ਮਹਿਸੂਸ ਕਰਨ ਲੱਗ ਪਏ ਨੇ ਵੀ ਦਿਨ ਚੜ੍ਹਿਆ, ਪਰ ਦਿਨ ਹੁੰਦਾ ਤਾਂ ਨਹੀਂ, ਕਿਉਂਕਿ ਦਿਨ ਦਾ ਸੰਬੰਧ ਕੇਵਲ ਸੂਰਜ ਨਾਲ ਹੈ।
ਸੁਖ ਪ੍ਰਾਪਤੀ ਦੀ ਇੱਛਾ ਰੱਖ ਕੇ ਅਸੀਂ ਬਹੁਤ ਪਦਾਰਥਾਂ ਵਿੱਚ ਸੁੱਖਾਂ ਦੀ ਕਲਪਨਾ ਕਰ ਲੈਨੇ ਆ, ਪਰ ਉਹਦੇ ਵਿੱਚੋਂ ਸੁਖ ਨਹੀਂ ਮਿਲਦਾ, ਕਿਉਂਕਿ ਸੁਖ ਦਾ ਸੰਬੰਧ ਕੇਵਲ ਆਤਮਾ ਦੇ ਗਿਆਨ ਨਾਲ ਹੈ। ਇਹ ਕਹਿਣ ਲੱਗਾ ਮਹਾਰਾਜ ਸੰਤ ਜੀ, ਮੇਰੀ ਬਾਹਰਲੀ ਸਮਿਰਧੀ ਵੇਖ ਕੇ, ਨੌਕਰ ਚਾਕਰ ਵੇਖ ਕੇ ਤੁਸੀਂ ਸੋਚਦੇ ਹੋ ਮੈਂ ਸੁਖੀ ਹਾਂ, ਪਰ ਮੈਨੂੰ ਪਤਾ ਮੈਂ ਕਿੱਡਾ ਵੱਡਾ ਦੁਖੀ ਹਾਂ। ਮੇਰੇ ਸਮਾਨ ਪੂਰੇ ਸੰਸਾਰ ਵਿੱਚ, ਪੂਰੇ ਜਗਤ ਵਿੱਚ ਕੋਈ ਦੁਖੀ ਨਹੀਂ ਹੋਣਾ। ਗੋਜ ਬਾਤ ਸੋ ਕਹਾ ਨਾ ਜਾਈ। ਔਰ ਮੈਂ ਜਿਸ ਦੁੱਖ ਕਰਕੇ ਦੁਖੀ ਆ ਉਹ ਮੈਂ ਦੱਸ ਨਹੀਂ ਸਕਦਾ ਵੀ ਦੁਖੀ ਕਿਉਂ ਆ, ਮੈਂ ਦੱਸ ਵੀ ਨਹੀਂ। ਕਿਸੇ ਨੂੰ ਦੁੱਖ ਹੋਵੇ ਤੇ ਬੰਦਾ ਅਗਲੇ ਨੂੰ ਦੱਸ ਕੇ ਮਨ ਹੌਲਾ ਕਰ ਲੈਂਦਾ, ਪਰ ਕਹਿੰਦਾ ਜਿਹੜਾ ਦੁੱਖ ਮੈਨੂੰ ਹੈ ਸੰਤ ਜੀ, ਉਹ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਏਡਾ ਵੱਡਾ ਡਾਢਾ ਦੁੱਖ ਹੈ। ਕੈਸੇ ਤੁਮ ਟਿਗ ਦਿਓ ਬਤਾਈ। ਉਹ ਬੋਝ ਦੁੱਖ ਹੈ, ਮੈਂ ਤੈਨੂੰ ਦੱਸ ਨਹੀਂ ਸਕਦਾ, ਤੇਰੇ ਅੱਗੇ ਕਿਵੇਂ ਬੋਲ ਕੇ ਕਹਾਂ। ਕਹਿ ਮਰਦਾਨਾ ਸੰਤ ਮਹਾਨੀ। ਕਹਿਣ ਲੱਗਾ ਭਾਈ ਸਾਹਿਬ, ਭਾਈ ਮਰਦਾਨਾ ਜੀ ਕਹਿਣ ਲੱਗੇ ਸੇਠ ਜੀ, ਮੇਰੇ ਨਾਲ ਮਹਾਨ ਸੰਤ, ਮੇਰੇ ਰਹਿਬਰ, ਮੇਰੇ ਪੀਰਾਂ ਦੇ ਪੀਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ। ਇਨ ਆਗੇ ਕਉ ਹੋਏ ਦੁਖ ਹਾਨੀ। ਸ਼ਾਇਦ ਇਸੇ ਕਰਕੇ ਆਏ ਨੇ ਇੱਥੇ, ਨਹੀਂ ਤਾਂ ਉਹ ਕਦੇ ਨਗਰ ਵਿੱਚ ਨਹੀਂ ਆਉਂਦੇ, ਨਗਰ ਦੇ ਬਾਹਰ ਉਤਾਰਾ ਕਰਦੇ ਨੇ। ਉਹਨਾਂ ਖਬਰੇ ਤੇਰੀ ਕਲਿਆਣ ਕਰਨੀ ਸੀ, ਤਦੇ ਦੁਪਹਿਰ ਤੋਂ ਆ ਕੇ ਇੱਥੇ ਬੈਠੇ ਨੇ ਸਾਹਮਣੇ। ਉਹ ਤੇਰਾ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦੇ ਨੇ। ਉਹ ਕੱਲਾ ਦੁੱਖ ਸੁਣਦੇ ਹੀ ਨਹੀਂ, ਦੁੱਖ ਸੁਣ ਕੇ ਉਸ ਦੁੱਖ ਨੂੰ ਨਿਰਵਿਰਤ ਕਰਨ ਦੀ ਦਾਤ ਵੀ ਬਖਸ਼ਦੇ ਨੇ। ਦੁਨੀਆ ਦੇ ਲੋਕ ਦੁੱਖ ਸੁਣ ਕੇ ਕੇਵਲ ਸਿਰ ਹਿਲਾ ਦੇਣਗੇ, ਹਾਂ ਮਾੜਾ ਹੋਇਆ ਹੈ, ਪਰ ਉਸ ਦੁੱਖ ਨੂੰ ਦੂਰ ਨਹੀਂ ਕਰ ਸਕਦੇ। ਮੇਰੇ ਮਾਲਕ, ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕੱਲਾ ਦੁੱਖ ਸੁਣਦੇ ਹੀ ਨਹੀਂ, ਉਹ ਦੁੱਖ ਸੁਣ ਕੇ ਉਸ ਦੁੱਖ ਨੂੰ ਦੂਰ ਵੀ ਕਰਦੇ ਹਨ। ਚੱਲ ਜੇ ਤੈਨੂੰ ਦੁੱਖ ਹੈ, ਤਕਲੀਫ ਹੈ, ਤੇ ਚੱਲ ਕੇ ਉਹਨਾਂ ਪਾਸ ਬੇਨਤੀ ਕਰ ਲੈ। ਨਿਕਟ ਬੈਠ ਗੁਰ ਸ਼ਾਹ ਅਲਾਈ। ਇਹ ਚੱਲ ਪਿਆ ਨਾਲ, ਮਹਾਰਾਜ ਜੀ ਦੇ ਪਾਸ ਆਇਆ ਸ਼ਾਹੂਕਾਰ, ਨਮਸਕਾਰ ਕੀਤੀ। ਸੁਣੋ ਸੰਤ ਤੁਮ ਸਭ ਸੁਖਦਾਈ। ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਸੰਤ ਜੀ, ਤੁਸੀਂ ਸਰਬ ਪ੍ਰਕਾਰ ਦੇ ਸੁੱਖਾਂ ਦੇ ਦੇਣ ਵਾਲੇ ਸੁਖਦਾਤੇ ਹੋ। ਅੰਗਨਾ ਜੋ ਮੇਰੇ ਘਰ ਮਾਈ। ਮਹਾਰਾਜ ਜੀ ਨੂੰ ਹੁਣ ਆਪਣਾ ਦੁੱਖ ਦੱਸਣ ਲੱਗਾ ਵੀ ਮੈਨੂੰ ਦੁੱਖ ਕੀ ਹੈ। ਕਹਿੰਦਾ ਮੇਰੀ ਜਿਹੜੀ ਅੰਗਨਾ ਘਰ ਵਾਲੀ ਹੈ, ਅਧਿਕ ਸਨੇਹ ਸੰਗ ਮਮਤਾਈ। ਮੇਰਾ ਮੇਰੀ ਘਰ ਵਾਲੀ ਨਾਲ ਬਹੁਤ ਸਨੇਹ ਸੀ, ਬਹੁਤ ਜ਼ਿਆਦਾ ਮੋਹ ਤੇ ਮਮਤਾ ਸੀ। ਰਾਤ ਦਿਵਸ ਤੈ ਭੋਗ ਬਿਲਾਸਾ। ਰਾਤ ਦਿਨ ਮੇਰੇ ਮਨ ਵਿੱਚ ਉਹਦੀ ਪ੍ਰੀਤ, ਉਹਦਾ ਹੀ ਪ੍ਰੇਮ ਵਸਦਾ ਸੀ। ਵਰਤ ਰਹਿਤ ਨੇ ਛੋਡੋਂ ਪਾਸਾ। ਮੈਂ ਕਦੇ ਉਹਨੂੰ ਆਪਣੀਆਂ ਅੱਖਾਂ ਤੋਂ ਸਾਵੇਂ ਪਾਸੇ ਨਹੀਂ ਸੀ ਹੋਣ ਦਿੰਦਾ, ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਸੀ ਹੋਣ ਦਿੰਦਾ। ਇੰਨਾ ਪ੍ਰੇਮ ਸੀ ਮੇਰਾ ਮੇਰੀ ਘਰ ਵਾਲੀ ਨਾਲ। ਇੱਕ ਸਮੇਂ ਹੋਇਓ ਤੈ ਰੋਗਾ। ਇੱਕ ਸਮੇਂ ਦੀ ਬਾਤ ਹੈ ਕਿ ਸੰਤ ਜੀ, ਉਹ ਸ਼ਾਹੂਕਾਰ ਸਤਿਗੁਰਾਂ ਨੂੰ ਦੱਸ ਰਿਹਾ ਕਿ ਸੰਤ ਜੀ ਇੱਕ ਦਿਨ ਦੀ ਬਾਤ ਹੈ ਕਿ ਮੇਰੀ ਘਰ ਵਾਲੀ ਨੂੰ ਅਚਾਨਕ ਕੋਈ ਬਿਮਾਰੀ ਲੱਗ ਗਈ, ਰੋਗ ਲੱਗ ਗਿਆ, ਸਰੀਰ ਰੋਗੀ ਹੋ ਗਿਆ। ਪੀ ਦੁਰਬਲ ਮ੍ਰਿਤ ਤੇ ਪਾਸ ਹੋਗਾ। ਵੈਦਾਂ ਹਕੀਮਾਂ ਨੂੰ ਸੱਦ ਕੇ ਮੈਂ ਇਲਾਜ ਕਰਾਏ, ਪਰ ਇਲਾਜ ਨਹੀਂ ਸੀ ਹੁੰਦਾ। ਦਿਨ ਪ੍ਰਤੀ ਦਿਨ ਉਹਦਾ ਸਰੀਰ ਦੁਰਬਲ ਤੇ ਕਮਜ਼ੋਰ ਹੋ ਰਿਹਾ ਹੈ। ਵੈਦਾਂ ਨੇ ਵੀ ਕਹਿ ਦਿੱਤਾ ਵੀ ਹੁਣ ਇਹ ਮਰਨ ਦੇ ਘਾਟ ਤੱਕ ਪਹੁੰਚ ਜਾਏਗੀ, ਇਹ ਹੁਣ ਜ਼ਿੰਦਗੀ ਇਹਦੀ ਨਹੀਂ ਬਚੀ। ਮੌਤ ਦੇ ਕਿਨਾਰੇ ਤੱਕ ਉਹ ਪਹੁੰਚ ਗਈ। ਅਧਿਕ ਦਾਨ ਦੀਨੋ ਤੈ ਕਾਲਾ। ਮੈਂ ਉਸ ਵਕਤ ਉਹਦੇ ਵਾਸਤੇ ਸੁਖਣਾ ਸੁਖੀਆਂ ਰੱਬ ਮਨਾਇਆ, ਬੜਾ ਦਾਨ ਪੁੰਨ ਕੀਤਾ ਕਿ ਮੇਰੀ ਘਰ ਵਾਲੀ ਠੀਕ ਹੋ ਜਾਵੇ। ਕੀਨੋ ਬੋਰ ਬਿਰਲਾਪ ਵਿਸਾਲਾ। ਬਹੁਤ ਸਾਰਾ ਦਾਨ ਪੁੰਨ ਕੀਤਾ ਤੇ ਵਿਰਲਾਪ ਵੀ ਕੀਤਾ, ਕਿਉਂਕਿ ਮੇਰਾ ਮੋਹ ਇੰਨਾ ਸੀ ਉਹਦੇ ਨਾਲ ਕਿ ਉਹਨੂੰ ਮੰਜੇ ਤੇ ਪਈ ਮੈਂ ਵੇਖ ਨਹੀਂ ਸੀ ਸਕਦਾ। ਉਹਨੂੰ ਤੜਫਦਿਆਂ ਵੇਖ ਕੇ ਮੇਰਾ ਮਨ ਤੜਫਦਾ ਸੀ, ਔਰ ਮੈਂ ਆਪ ਵੀ ਬੇਬਲ ਹੋ ਕੇ ਰੋਂਦਾ ਕੁਰਲਾਉਂਦਾ ਸੀ। ਰੁਦਨ ਕਰਤ ਬੈਠੇ ਉਤੇ ਪਾਸਾ। ਇੱਕ ਦਿਨ ਉਹਦੇ ਕੋਲ ਮੈਂ ਬਹਿ ਗਿਆ, ਉਹਦਾ ਹੱਥ ਫੜ ਕੇ ਰੋਣ ਲੱਗ ਪਿਆ। ਪਲੰਗੇ ਤੇ ਲੇਟੀ ਹੋਈ
ਮੈਂ ਰੁਦਨ ਕਰਦਾ ਉਹਦੇ ਪਾਸ ਨੇਤਰਾਂ ਚੋਂ ਨੀਰ ਵਹਾਉਂਦਾ ਬੈਠਾ ਸਾਂ। ਕਹਿਤ ਪਾਈ ਤੀਏ ਦੇਨ ਦਿਲਾਸਾ। ਕਹਿੰਦੇ ਉਸ ਵਕਤ ਮੈਨੂੰ ਹੌਸਲਾ ਦੇਣ ਵਾਸਤੇ ਮੇਰੀ ਘਰ ਵਾਲੀ ਮੈਨੂੰ ਬੋਲੀ ਤੇ ਕਹਿਣ ਲੱਗੀ, ਇਤ ਮੇਰੇ ਕਿਉਂ ਰੋਦਨ ਠਾਨੋ। ਕਹਿਣ ਲੱਗੀ, ਹੈ ਮੇਰੇ ਸਿਰ ਦੇ ਸਾਈਂ, ਹੈ ਮੇਰੇ ਪਤੀ ਦੇਵ, ਤੂੰ ਮੇਰੇ ਵਾਸਤੇ ਕਿਉਂ ਰੁਦਨ ਕਰਦਾ? ਤੂੰ ਕਿਉਂ ਮੇਰੇ ਵਾਸਤੇ ਰੋਂਦਾ ਕੁਰਲਾਉਂਦਾ? ਨਿਜ ਕੋ ਵੱਡ ਧਨਵੰਤ ਪਛਾਨੋ। ਤੂੰ ਐਡਾ ਵੱਡਾ ਧਨਵਾਨ ਹੈ, ਸ਼ਾਹੂਕਾਰ ਹੈ, ਐਡੀ ਵੱਡੀ ਤੇਰੀ ਕਾਰੋਬਾਰ ਦੀ ਇਹ ਦੁਕਾਨ ਚੱਲਦੀ ਹੈ ਤੇ ਤੈਨੂੰ ਤਾਂ ਕਿਸੇ ਗੱਲ ਦਾ ਫਿਕਰ ਵੀ ਨਹੀਂ ਹੋਣਾ ਚਾਹੀਦਾ। ਮੈਂ ਮਰਹੋਂ ਕਰ ਵਿਆਹ ਬੋਰੀ। ਮੈਂ ਜੇ ਮਰ ਵੀ ਗਈ ਤੇ ਤੂੰ ਬਹੁਤ ਹੋਰ ਦੂਸਰਾ ਵਿਆਹ ਕਰਾ ਲਵੀਂ, ਵਿਆਹ ਕਰਾ ਕੇ ਹੋਰ ਘਰ ਵਾਲੀ ਆਪਣੇ ਘਰ ਚ ਲੈ ਆਵੀਂ। ਰੋਣਾ ਕਿਉਂ ਹੈ? ਤੇਰੇ ਕੋਲ ਕਿਹੜਾ ਕਿਸੇ ਵਸਤੂ ਦੀ ਕਮੀ ਆ? ਧਨਵਾਨ ਹੈ, ਸ਼ਾਹੂਕਾਰ ਹੈ ਤੇ ਤੇਰੀ ਸ਼ਾਦੀ ਦੁਬਾਰਾ ਹੋ ਸਕਦੀ ਹੈ। ਓ ਗੋਆਨੀ ਅੰਗਨਾ ਓਰੀ। ਤੇ ਮੇਰੇ ਵਿਯੋਗ ਦੇ ਵਿੱਚ ਕਿਉਂ ਰੋਣਾ? ਜੇ ਮੈਂ ਮਰਨ ਲੱਗੀ ਹਾਂ, ਵਿਆਹ ਤੇਰਾ ਹੋਰ ਹੋ ਜਾਣਾ, ਸ਼ਾਦੀ ਤੇਰੀ ਹੋਰ ਹੋ ਜਾਣੀ ਹੈ, ਦੂਸਰੀ ਘਰ ਵਾਲੀ ਵਿਆਹ ਕੇ ਘਰ ਵਿੱਚ ਲੈ ਆਵੀਂ। ਬਿਲਸ ਬਿਲਾਸਨ ਹੋਈ ਐ ਲਾਦੂ। ਉਹਦੇ ਬਿਲਾਸ ਵਿੱਚ, ਉਹਦੇ ਆਨੰਦ ਵਿੱਚ ਤੂੰ ਫਿਰ ਮੈਨੂੰ ਵਿਸਰ ਜਾਣਾ, ਭੁੱਲ ਜਾਣਾ। ਮੈਂ ਤਾਂ ਚੇਤੇ ਵੀ ਨਹੀਂ ਰਹਿਣਾ, ਤੇਰੇ ਜ਼ਿਹਨ ਵਿੱਚ ਵੀ ਨਹੀਂ ਆਉਣਾ। ਮੁਝੇ ਬਿਸਾਰੇ ਕਰੇ ਨ ਯਾਦੂ। ਜਦੋਂ ਤੂੰ ਨਵੀਂ ਘਰ ਵਾਲੀ ਮੇਰੇ ਮਰਨ ਤੋਂ ਬਾਅਦ ਵਿਆਹ ਕੇ ਲਿਆਵੇਂਗਾ ਤੇ ਮੇਰੇ ਮਰਨ ਤੋਂ ਬਾਅਦ ਤਾਂ ਤੂੰ ਮੈਨੂੰ ਯਾਦ ਤੱਕ ਵੀ ਨਹੀਂ ਕਰਨਾ ਤੇ ਹੁਣ ਮੇਰੇ ਕੋਲ ਬੈਠਾ ਰੋਣਾ। ਮੈਂ ਪਾਖਿਓ ਸੁਨੀਏ ਪ੍ਰਿਯ ਮੋਰੀ। ਸੇਠ ਬੋਲਿਆ, ਕਹਿਣ ਲੱਗਾ, ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਮੇਰੀ ਤੇਰੇ ਨਾਲ ਪ੍ਰੀਤ ਹੈ, ਮੇਰਾ ਤੇਰੇ ਨਾਲ ਪ੍ਰੇਮ ਹੈ, ਮੋਹ ਹੈ। ਤੁਝ ਬਿਨ ਮੋਹ ਨਾ ਭਾਵੈ ਓਰੀ। ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਇਸਤਰੀ ਵੱਲ ਵੇਖਿਆ ਤੱਕ ਵੀ ਨਹੀਂ ਤੇ ਨਾ ਹੀ ਮੈਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਇਸਤਰੀ ਭਾਵੇਗੀ। ਤੂੰ ਜੀਵੇਂ ਤੇ ਕਰੋ ਬਿਲਾਸਾ। ਜੇ ਤੂੰ ਜੀਵਦੀ ਰਹੇਂਗੀ ਤੇ ਤੇਰੇ ਨਾਲ ਆਨੰਦ ਨਾਲ ਜ਼ਿੰਦਗੀ ਬਤੀਤ ਕਰਾਂਗਾ, ਨਹੀਂ ਤਾਂ ਮੈਂ ਤਜਿਓ ਜੀਵਨ ਕੀ ਆਸਾ। ਜੇ ਤੈਂ ਮਰ ਗਈ ਤੇ ਮੈਂ ਵੀ ਆਪਣੇ ਜੀਵਨ ਦੀ ਆਸ ਛੱਡ ਦੇਣੀ ਹੈ, ਮੈਂ ਵੀ ਆਪਣੇ ਜੀਵਨ ਦੀ ਆਸ ਨੂੰ ਤਿਆਗ ਦੇਣਾ। ਪ੍ਰਾਨ ਸਮਾਨ ਮੋਏ ਕੋ ਪਿਆਰੀ। ਤੂੰ ਮੈਨੂੰ ਮੇਰੇ ਪ੍ਰਾਣਾਂ ਤੋਂ ਵੀ ਵੱਧ ਪਿਆਰੀ ਹੈ। ਤੁਝ ਬਿਨ ਕਸ ਬਿਲ ਸੋ ਬਿਬਨਾਰੀ। ਤੇਰੇ ਤੋਂ ਬਿਨਾ ਮੈਂ ਕਿਵੇਂ ਕਿਸੇ ਦੂਸਰੇ ਇਸਤਰੀ ਦੀ ਕਲਪਨਾ ਵੀ ਨਹੀਂ ਕਰ ਸਕਦਾ। ਦੂਸਰੀ ਇਸਤਰੀ ਵਿਆਹ ਕੇ ਲਿਆਉਣੀ ਤਾਂ ਇੱਕ ਪਾਸੇ ਰਹੀ, ਮੈਂ ਤੇਰੇ ਤੋਂ ਬਿਨਾ ਕਿਸੇ ਦੂਸਰੀ ਇਸਤਰੀ ਦੀ ਕਲਪਨਾ ਵੀ ਨਹੀਂ ਕਰ ਸਕਦਾ। ਆਹੋ ਕੰਤ ਮੈਂ ਜਿਉ ਤਾ ਸਾਚੀ। ਅੱਗੋਂ ਕਹਿੰਦੇ ਮੇਰੀ ਘਰ ਵਾਲੀ ਬੋਲੀ, ਕਹਿੰਦੀ ਇਹ ਗੱਲਾਂ ਉਦੋਂ ਤੱਕ ਹੀ ਕਹਿਣ ਨੂੰ ਸੱਚੀਆਂ ਤੇ ਸੋਹਣੀਆਂ ਲੱਗਦੀਆਂ ਨੇ ਜਦੋਂ ਤੱਕ ਮੈਂ ਜਿਉਂਦੀ ਆ। ਮੇਰੇ ਜਿਉਂਦਿਆਂ ਜੀ ਤੂੰ ਇਹ ਗੱਲਾਂ ਕਰਦਾ, ਉਦੋਂ ਤੱਕ ਹੀ ਇਹ ਸੱਚੀਆਂ ਨੇ ਜਦੋਂ ਤੱਕ ਮੈਂ ਜਿਉਂਦੀ ਹਾਂ। ਮਰ ਜਾਵੋ ਇਹ ਕਹਿ ਸਭ ਕਾਚੀ। ਜਦੋਂ ਮੈਂ ਮਰ ਗਈ ਮੇਰੇ ਮਰੇ ਪਿੱਛੋਂ ਇਹ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋ ਜਾਣੀਆਂ ਨੇ। ਸੰਤ ਜੀ, ਕੰਤ ਜੀ, ਮੇਰੇ ਮਰਨ ਤੋਂ ਬਾਅਦ ਇਹ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋਣਗੀਆਂ। ਅਸਕੈ ਮੋਏ ਸੁਨਾਵਤ ਪ੍ਰੀਤੀ। ਕਹਿੰਦੇ ਏਦਾਂ ਕਹਿ ਕੇ ਉਹਨੇ ਵੀ ਆਪਣਾ ਪ੍ਰੇਮ ਪ੍ਰਗਟ ਕੀਤਾ, ਆਪਣੀ ਪ੍ਰੀਤ ਪ੍ਰਗਟ ਕੀਤੀ। ਹਿਰਦੈ ਬਿਕੇ ਠਾਨਤ ਵਿਪਰੀਤੀ। ਔਰ ਮੇਰੇ ਹਿਰਦੇ ਵਿੱਚ ਵਿਪਰੀਤ ਭਾਵ ਚੱਲਣ ਲੱਗਾ। ਤੀਆ ਕੀ ਤਰਕ ਸੁਣੀ ਮੈਂ ਜਬਈ। ਕਹਿੰਦਾ ਜਦੋਂ ਮੇਰੀ ਇਸਤਰੀ ਨੇ ਤਰਕ ਕੀਤੀ ਨਾ ਮੇਰੇ ਤੇ ਵੀ ਇਹ ਗੱਲਾਂ ਉਦੋਂ ਤੱਕ ਹੀ ਸੱਚੀਆਂ ਨੇ ਜਦੋਂ ਤੱਕ ਮੈਂ ਜਿਉਣੀ ਆ, ਮੇਰੇ ਮਰ ਗਿਆ ਇਹ ਸਾਰੀਆਂ ਗੱਲਾਂ ਝੂਠੀਆਂ ਹੋ ਜਾਣੀਆਂ। ਤੂੰ ਮਰਨ ਦੀ ਭੋਗ ਤੋਂ ਪਹਿਲਾਂ ਹੀ ਖਬਰੇ ਜਾ ਕੇ ਵਿਆਹ ਕਰਾ ਕੇ ਦੂਸਰਾ ਆ ਜਾਵੇਂ, ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ। ਕਹਿੰਦੇ ਜਦੋਂ ਉਹਨੇ ਇਦਾਂ ਦੀਆਂ ਤਰਕ ਦੀਆਂ ਗੱਲਾਂ ਕੀਤੀਆਂ ਮੈਂ ਤਮੋ ਗੁਣ 'ਚ ਚਲਾ ਗਿਆ। ਮੋਹ ਜਿਹੜਾ ਨਾ ਬੰਦੇ ਦੀ ਸੁਰਤੀ ਦੇ ਉੱਤੇ ਤਮੋ ਗੁਣ ਦਾ ਪ੍ਰਭਾਵ ਬਣਾ ਦਿੰਦਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਤਮੋ ਗੁਣ ਜਿੱਥੇ ਹੋਵੇ ਉੱਥੇ ਮੋਹ ਆ ਜਾਂਦਾ ਹੈ। ਉਹ ਫਿਰ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਹਿੰਦਾ ਉਹਦੇ ਮੋਹ ਦੇ ਵਸ ਹੋਇਆ ਮੈਂ ਇਹੋ ਜਿਹਾ ਭਰਮਤ ਹੋਇਆ। ਸਹਿ ਨਾ ਜਾਏ ਬਹੁ ਦੁੱਖ ਪਾਤਾ ਬਈ। ਕਹਿੰਦੇ ਮੈਂ ਉਹਦੀ ਤਰਕ ਨੂੰ ਨਾ ਸਹਾਰਦਿਆਂ ਹੋਇਆਂ ਮੈਂ ਆਪਣੀ ਇੰਦਰੀ ਦਾ ਤਿਆਗ ਕਰ ਦਿੱਤਾ। ਤਿੱਖੀ ਛੁਰੀ ਲਈ ਔਰ ਇੰਦਰੀ ਦਾ ਤਿਆਗ ਕਰ ਦਿੱਤਾ। ਪੀੜਾ ਨਾਲ ਮੈਂ ਬੇਬਲ ਹੋ ਕੇ ਤੜਫਣ ਲੱਗਾ। ਕਿਤਕ ਦਿਵਸ ਬੀਤੇ ਤੇ ਨਾਰੀ। ਕਹਿੰਦੇ ਜਦੋਂ ਕੁਝ ਕੁ ਦਿਨ ਬੀਤ ਗਏ ਕਿਸੇ ਤਰੀਕੇ ਕਹਿੰਦੇ ਮੈਂ ਬਚਿਆ ਰਹਿ ਗਿਆ, ਮੇਰੇ ਪ੍ਰਾਣ ਨਹੀਂ ਨਿਕਲੇ,
ਮੇਰੀ ਕੋਈ ਸਵਾਸਾਂ ਦੀ ਪੂੰਜੀ ਹਾਲੇ ਬਚਦੀ ਸੀ, ਪਰਮੇਸ਼ਰ ਨੇ ਰੱਖੀ ਤੇ ਮੈਂ ਜਿਉਂਦਾ ਰਹਿ ਗਿਆ, ਖਬਰੇ ਦੁੱਖ ਭੋਗਣਾ ਸੀ। ਕਹਿੰਦਾ ਕੁਝ ਦਿਨ ਬੀਤ ਗਏ ਤੇ ਮੇਰੀ ਘਰਵਾਲੀ ਜਿਹੜੀ ਸੀ ਉਹ ਇੱਕਦਮ ਮੋੜਾ ਪੈ ਗਿਆ ਬਿਮਾਰੀ ਨੂੰ। ਜਿਹੜੀ ਮਰਨ ਦੇ ਕੰਢੇ ਪਹੁੰਚੀ ਸੀ ਉਹ ਦੁਬਾਰਾ ਬਚਣ ਵਾਸਤੇ ਤਿਆਰ ਹੋ ਗਈ। ਭਾਈ ਅਰੋਗ ਗਇਓ ਦੁੱਖ ਭਾਰੀ, ਦਿਨਾਂ ਵਿੱਚ ਉਹਦਾ ਸਰੀਰ ਅਰੋਗ ਹੋ ਗਿਆ, ਦੁੱਖ ਦੂਰ ਹੋ ਗਿਆ। ਜਬ ਬਲ ਪਇਓ ਆਨ ਸਰਬੰਗਾ, ਕਹਿੰਦੇ ਤਨ ਉਹਦਾ ਬਲੀ ਹੋ ਗਿਆ। ਦਿਨਾਂ ਵਿੱਚ ਉਹ ਤਾਂ ਬਿਲਕੁਲ ਨਰੋਈ ਹੋ ਗਈ, ਜਿਵੇਂ ਮਾਨੋ ਕੋਈ ਉਹਨੂੰ ਬਿਮਾਰੀ ਸੀਗੀ ਨਹੀਂ। ਪਹਿਲਾਂ ਕਿੱਥੇ ਇਲਾਜ ਕਰਾ ਕੇ ਬਿਮਾਰੀਆਂ ਦੂਰ ਨਹੀਂ ਸਨ ਹੁੰਦੀਆਂ। ਉਹਦੀ ਕੋਈ ਪਰਮੇਸ਼ਰ ਨੇ ਖਬਰੇ ਮੇਰਾ ਕੀਤਾ ਦਾਨ ਪੁੰਨ ਪ੍ਰਵਾਨ ਕਰ ਲਿਆ, ਉਹਨੂੰ ਜ਼ਿੰਦਗੀ ਬਖਸ਼ ਦਿੱਤੀ। ਉਹ ਬਿਲਕੁਲ ਬਲੀ ਹੋ ਗਈ, ਸਰੀਰ ਉਹਦਾ ਨਰੋਆ ਹੋ ਗਿਆ। ਵਿਆਪਿਓ ਤੇ ਤਨ ਬੋਰੇ ਅਨੰਗਾ, ਹੁਣ ਮੈਂ ਸਰੀਰ ਨੂੰ ਕੁਦਰਤੀ ਤੌਰ ਤੇ ਅਪਾਹਜ ਬਣਾ ਲਿਆ ਸੀ। ਉਹ ਹੁਣ ਸਰੀਰ ਕਰਕੇ ਬਲਵਾਨ ਸੀ ਤੇ ਵਿਸ਼ੇ ਵਿਕਾਰਾਂ ਦੀ ਪ੍ਰੀਤ ਉਹਦੇ ਹਿਰਦੇ ਚ ਉਪਜਣ ਲੱਗੀ। ਅਬ ਪਰ ਪੁਰਖਨ ਸੋ ਵਿਚਾਰਤ, ਹੁਣ ਉਹ ਆਪਣੀ ਉਸ ਵਾਸ਼ਨਾ ਨੂੰ ਸ਼ਾਂਤ ਕਰਨ ਵਾਸਤੇ ਪਰ ਪੁਰਖਾਂ ਨੂੰ ਗਬਨ ਕਰਦੀ ਹੈ। ਨਿਤ ਨਵੇਂ ਪੁਰਖਾਂ ਨੂੰ ਬੁਲਾਉਂਦੀ ਹੈ। ਮੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੁੰਦਾ, ਮੈਂ ਕੁਝ ਕਰ ਨਹੀਂ ਸਕਦਾ। ਦੱਸੋ ਸੰਤ ਜੀ, ਇਹਦੇ ਤੋਂ ਵੱਡਾ ਦੁੱਖ ਹੋਰ ਕਿਹੜਾ ਹੋ ਸਕਦਾ ਹੈ? ਮੈਂ ਇਸੇ ਦੁੱਖ ਕਰਕੇ ਦੁਖੀ ਹਾਂ, ਦਿਨ ਰਾਤ ਝੁਰ ਝੁਰ ਕੇ ਮਰਦਾ ਹਾਂ, ਪਰ ਮੇਰਾ ਕੁਝ ਵਸ ਨਹੀਂ ਚੱਲਦਾ, ਕੁਝ ਪੇਸ਼ ਨਹੀਂ ਚੱਲਦੀ। ਅਸ ਕੋ ਕਰਮ ਨੈਨੋ ਨਿਤ ਦੇਖੋ, ਇਹੋ ਜਿਹਾ ਕੁਕਰਮ ਹੁੰਦਾ ਮੈਂ ਆਪਣੇ ਘਰ ਵਿੱਚ ਨਿਤ ਵੇਖਦਾ ਹਾਂ। ਮੋ ਮਨ ਹੋਵਤ ਦਗਦ ਬਿਸ਼ੇਖੋ, ਮੇਰਾ ਮਨ ਵੇਖ ਵੇਖ ਕੇ ਸੜਦਾ, ਕਿਰਜਦਾ, ਮੈਂ ਤਪਦਾ ਹਾਂ, ਸੜਦਾ ਬਲਦਾ ਰਹਿੰਦਾ ਹਾਂ। ਚਿੰਤਾ ਤੁਰ ਦੁੱਖ ਮੈਂ ਦਿਨ ਰਹਿਣਾ, ਚਿੰਤਾ ਤੁਰ ਹੋ ਕੇ ਰਾਤ ਦਿਨ ਇਸੇ ਦੁੱਖ ਦੇ ਵਿੱਚ ਲੋਕ ਕਹਿੰਦੇ ਆਪਣੇ ਕੰਮਾਂ ਵਿੱਚ ਮਸਤ ਰਹਿੰਦਾ ਹੈ, ਪਰ ਉਹ ਕੀ ਜਾਣਨ, ਮੈਂ ਤਾਂ ਆਪਣੇ ਉਸ ਦੁੱਖ ਨੂੰ ਭੁੱਲਣ ਵਾਸਤੇ ਰਾਤ ਦਿਨ ਇਹਨਾਂ ਕੰਮਾਂ ਵਿੱਚ ਵਿਅਸਤ ਰਹਿਣਾ, ਪਰ ਫਿਰ ਵੀ ਉਹ ਦੁੱਖ ਮੇਰੇ ਹਿਰਦੇ ਵਿੱਚੋਂ ਨਹੀਂ ਵਿਸਰਦਾ। ਉਹ ਸੋ ਦੁਖੀ ਅਵਰ ਕੋ ਹੈ ਨਾ, ਰੋ ਪਿਆ ਉਹ ਸੇਠ ਨੇਤਰਾਂ ਚੋਂ ਨੀਰ ਦੇ ਫੁਹਾਰੇ ਬਹਾਉਂਦਾ। ਮਹਾਰਾਜ ਸੰਤ ਜੀ, ਮੇਰੇ ਵਰਗਾ ਦੁਖੀ ਇਹ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੋਣਾ। ਹਿਰਦੇ ਵਿਚਾਰ ਤੋ ਹੋਏ ਨਾ ਉਪਾਈ, ਮੈਂ ਬੜੇ ਵਿਚਾਰ ਕੀਤੇ ਪਰ ਹੁਣ ਕੋਈ ਉਪਾਅ ਹੀ ਨਹੀਂ ਹੁੰਦਾ। ਜਦੋਂ ਮੈਂ ਕੁਦਰਤ ਨਾਲ ਹੀ ਖਿਲਵਾੜ ਕਰ ਲਿਆ, ਜੋ ਕੁਦਰਤ ਨੇ ਬਖਸ਼ਿਆ ਉਹਦੇ ਤੋਂ ਵਾਂਝਿਆ ਹੋ ਗਿਆ, ਤੇ ਹੁਣ ਕੀ ਉਪਚਾਰ ਚੱਲਣੇ ਸਨ। ਸਭ ਲੋਗਨ ਤੇ ਰਹੋ ਲਜਾਈ, ਹੁਣ ਲੋਕਾਂ ਵਿੱਚ ਲਜਾਏ ਮਾਨ ਹੁੰਦਾ, ਲੋਕ ਮੈਨੂੰ ਲਾਹਨਤਾਂ ਪਾਉਂਦੇ ਐ, ਪਰ ਹੁਣ ਮੈਂ ਕਿਹਨੂੰ ਕੀ ਦੱਸਾਂ ਵੀ ਮੇਰੀ ਕੀ ਸਮੱਸਿਆ ਹੈ। ਲੋਕ ਆ ਕੇ ਮੈਨੂੰ ਟੋਂਚਾਂ ਕਰ ਜਾਂਦੇ ਆ, ਟਿਚਰਾਂ ਕਰ ਜਾਂਦੇ ਆ, ਪਰ ਮੈਂ ਕਿਸੇ ਨੂੰ ਬੋਲ ਕੇ ਕੁਝ ਦੱਸ ਨਹੀਂ ਸਕਦਾ। ਸੁਣ ਕੇ ਸ਼੍ਰੀ ਪ੍ਰਭ ਬੈਨੀ ਅਲਾਏ, ਮੈਨੂੰ ਲਜਾਏ ਮਾਨ ਕਰਦੇ ਆ, ਤੂੰ ਕਾਹਦਾ ਸੇਠ ਹੈ, ਤੇਰਾ ਇਹ ਪੈਸਾ ਕਿਹੜੇ ਕੰਮ ਦਾ, ਤੂੰ ਆਪਣੇ ਪਰਿਵਾਰ ਨੂੰ ਨਹੀਂ ਸਾਂਭਦਾ। ਕੈਸੇ ਵਿਕਾਰਾਂ ਦੇ ਵਿੱਚ ਉਹ ਗਲਤ ਹੋ ਰਿਹਾ ਹੈ। ਕਹਿੰਦਾ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਸਕਦਾ, ਐਸੇ ਦੁੱਖ ਕਰਕੇ ਮਹਾਰਾਜ ਜੀ ਮੈਂ ਦੁਖੀ ਹਾਂ। ਪੂਰਬ ਜਨਮ ਕਰਮ ਕਰ ਆਏ, ਮੈਂ ਕੋਈ ਪੂਰਬਲੇ ਜਨਮ ਦੇ ਮਾੜੇ ਕਰਮ ਕੀਤੇ ਸਨ, ਜਾਪਦੇ ਨੇ। ਦੋਹਰਾ ਤਿੰਨ ਕੋ ਦੁੱਖ ਸੁਖ ਭੋਗਈ, ਜੋ ਬੀਜੇ ਸੋ ਖਾਏ। ਕਹਿੰਦਾ ਉਹਦਾ ਮੈਨੂੰ ਇਹ ਫਲ ਮਿਲਿਆ, ਕਿਉਂਕਿ ਜੋ ਜੀਵ ਆਪਣੇ ਕਰਮ ਕਰਦਾ ਹੈ, ਦੁੱਖ ਤੇ ਸੁੱਖ ਦੇ ਬੀਜ ਬੀਜਦਾ ਹੈ, ਉਹਨਾਂ ਬੀਜੇ ਹੋਏ ਬੀਜਾਂ ਦਾ ਹੀ ਫਲ ਭੋਗਦਾ ਦੁੱਖ ਤੇ ਸੁੱਖ ਦੇ ਰੂਪ ਵਿੱਚ। ਜੋ ਬੀਜਿਆ ਉਹੀ ਵੱਢਦਾ। ਮੇਰੇ ਕੋਈ ਪੂਰਬਲੇ ਜਨਮ ਦੇ ਕਰਮ ਚੰਗੇ ਹੋਣਗੇ ਕਿ ਹੇ ਸੰਤ ਜੀ ਤੁਸੀਂ ਚੱਲ ਕੇ ਆਏ ਹੋ, ਕੋਈ ਚੰਗਾ ਕਰਮ ਵੀ ਹੋਵੇਗਾ ਤਦੇ ਆਏ ਹੋ ਨਾ, ਤੇ ਮਹਾਰਾਜ ਕਿਰਪਾ ਕਰੋ, ਇਸ ਦੁੱਖ ਤੋਂ ਮੇਰਾ ਛੁਟਕਾਰਾ ਕਰਵਾਓ। ਪੁੰਨ ਕਰੇ ਸੁਖ ਹੋਤ ਕਲ ਮਲ ਤੇ ਦੁੱਖ ਪਾਏ। ਇਹ ਵਿਧੀ ਦਾ ਵਿਧਾਨ ਹੈ ਕਿ ਜਿਹੜਾ ਪੁੰਨ ਕਰਮ ਕਰਦਾ, ਕੀਤੇ ਹੋਏ ਪੁੰਨ ਕਰਮਾਂ ਦਾ ਫਲ ਮਿਲਦਾ ਸੁੱਖ ਦੇ ਰੂਪ ਵਿੱਚ, ਤੇ ਕੀਤੇ ਹੋਏ ਪਾਪ ਕਰਮਾਂ ਦਾ ਫਲ ਮਿਲਦਾ ਦੁੱਖ ਦੇ ਰੂਪ ਵਿੱਚ। ਕੁਝ ਪਾਪ ਕਰਮ ਪਹਿਲਾਂ ਹੋ ਗਏ ਨੇ ਜਨਮਾਂ ਵਿੱਚ, ਉਹਦੇ ਦੁੱਖ ਹੁਣ ਪ੍ਰਾਪਤ ਹੋ ਰਹੇ ਨੇ। ਕੁਝ ਪਾਪ ਕਰਮ ਹੁਣ ਨਾਲੋਂ ਨਾਲ ਹੁੰਦੇ ਨੇ, ਨਾਲੋਂ ਨਾਲ ਹੀ ਉਹਨਾਂ ਦੇ ਫਲ ਪ੍ਰਾਪਤ ਹੁੰਦੇ ਚਲੇ ਜਾਂਦੇ ਨੇ।
ਤੁਸੀਂ ਆਖੋਗੇ ਕਿਵੇਂ? ਜੇ ਹੁਣ ਕਰਦੇ ਆ ਤੇ ਅਗਲੇ ਜਨਮ 'ਚ ਮਿਲਣਗੇ। ਕੁਝ ਪਾਪ ਨੇ ਜਿਹੜੇ ਹੁਣ ਕਰ ਰਹੇ ਆ ਨਾਲੋਂ ਨਾਲ ਹੀ ਫਲ ਮਿਲੀ ਜਾਂਦਾ, ਕੁਝ ਪਾਪ ਨੇ ਜਿਹੜੇ ਹੁਣ ਹੋ ਰਹੇ ਨੇ ਉਹ ਬੀਜ ਬੀਜਿਆ ਜਾ ਚੁੱਕਾ ਹੈ, ਕਿਤੇ ਨਾ ਕਿਤੇ ਜਾ ਕੇ ਹੋ ਸਕਦਾ ਇਸ ਜਨਮ 'ਚ ਪੁੰਗਰੇ ਜਾਂ ਅਗਲੇ ਜਨਮ 'ਚ ਪੁੰਗਰੇ, ਉੱਗੇਗਾ ਜ਼ਰੂਰ। ਕੁਝ ਬੀਜ ਅੱਜ ਬੀਜੀਏ ਹਫ਼ਤੇ ਵਿੱਚ ਉੱਗ ਜਾਂਦੇ ਆ, ਕੁਝ ਬੀਜ ਅੱਜ ਬੀਜੀਏ ਮਹੀਨੇ ਬਾਅਦ ਉੱਗ ਜਾਂਦੇ ਆ। ਇਮਲੀ ਵਰਗੇ ਬੀਜ ਬੀਜੇ ਜਾਣ ਸਾਲ ਬਾਅਦ ਜਾ ਕੇ ਫੁੱਟਦੇ ਆ, ਪੈਦਾ ਹੁੰਦੇ ਆ। ਇਹ ਬੀਜ ਬੀਜੇ ਦੇ ਉੱਤੇ ਹੈ ਵੀ ਕੈਸਾ ਬੀਜ ਬੀਜਿਆ ਗਿਆ। ਕਹਿੰਦਾ ਜੀ ਪੁੰਨ ਕਰਮਾਂ ਦਾ ਫਲ ਸੁਖ ਹੈ, ਪਾਪ ਕਰਮਾਂ ਦਾ ਫਲ ਦੁੱਖ ਹੈ, ਐਸਾ ਹੀ ਦੱਸਿਆ ਹੈ। ਜੋ ਪਈ ਬ੍ਰਹਮਾਦਿਕ ਤੇ ਮਸ਼ਕ ਜਿਆਹੀ। ਬ੍ਰਹਮਾਦਿਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਫਿਰ ਕਹਿਣ ਲੱਗੇ ਸੇਠ ਜੀ ਸੁਣੋ, ਜੀਵ ਦੇ ਕੀਤੇ ਕਰਮ ਹੀ ਇਹਦੇ ਦੁੱਖ ਤੇ ਸੁੱਖ ਦਾ ਮੂਲ ਹਨ। ਮਸ਼ਕ ਮੱਛਰ ਤੋਂ ਲੈ ਕੇ ਬ੍ਰਹਮਾ ਆਦਿਕ ਤੱਕ ਭੋਗੇ ਕਰਮ ਕੀਨ ਜਸ ਜਾਈ। ਜਿਸ ਨੇ ਜੈਸੇ ਜੈਸੇ ਕਰਮ ਕੀਤੇ ਉਹਨਾਂ ਨੂੰ ਭੋਗਣੇ ਪਏ ਹਨ। ਜੇ ਬ੍ਰਹਮਾ ਜੀ ਨੇ ਕੀਤੇ ਉਹਨਾਂ ਨੂੰ ਵੀ ਇੱਕ ਸੀਸ ਕਟਾਣਾ ਪਿਆ ਸੀ ਨਾ, ਭਗਵਾਨ ਸ਼ਿਵ ਨੇ ਕੱਟਿਆ ਸੀ। ਤੋ ਇਸ ਪ੍ਰਕਾਰ ਨਾਲ ਜਿਸ ਨੇ ਜੈਸਾ ਜੈਸਾ ਕਰਮ ਕੀਤਾ ਹੈ, ਮੱਛਰ ਤੋਂ ਲੈ ਕੇ ਬ੍ਰਹਮਾ ਤੱਕ ਸਾਰੇ ਜੀਵ ਜੰਤੂ ਆ ਗਏ ਵਿੱਚ, ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਜਿਨ ਕਿਨ ਜਸ ਕਸ ਕਰਮੰ ਕੀਨੋ। ਜਿਸ ਨੇ ਜੈਸੇ ਜੈਸੇ ਕਰਮ ਕੀਤੇ ਹਨ, ਭੋਗੇ ਬਿਨਾ ਛੁਟਤ ਨੈ ਚੀਨੋ। ਉਹ ਕੀਤੇ ਹੋਏ ਕਰਮ ਭੋਗੇ ਬਿਨਾ ਨਸ਼ਟ ਨਹੀਂ ਹੁੰਦੇ, ਜਿਨ੍ਹਾਂ ਦੀ ਪਰਾਲਬਧ ਬਣ ਜਾਏ। ਭੋਗੇ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ। ਜਿਹੜੇ ਪਰਾਲਬਧ ਬਣ ਜਾਂਦੇ ਨੇ ਉਹ ਭੋਗਣੇ ਹੀ ਪੈਂਦੇ ਹਨ। ਜੇ ਜਗ ਮੈਂ ਗਿਆਨੀ ਹੋਏ ਮਾਨਵ। ਪਰ ਜਿਹੜੇ ਗਿਆਨੀ ਹੋ ਜਾਂਦੇ ਨੇ ਇਸ ਜਗਤ ਵਿੱਚ, ਸੇਠ ਜੀ ਜਿਹੜੇ ਤਤਵ ਗਿਆਨੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਆਤਮਾ ਦਾ ਗਿਆਨ ਸਾਖਸ਼ਾਤਕਾਰ ਹੋ ਜਾਂਦਾ ਹੈ, ਦੇਹ ਅਨਿਤ ਸਦੀਵ ਸੋ ਜਾਨਵ। ਉਹ ਜਾਣ ਲੈਂਦੇ ਨੇ ਕਿ ਦੇਹ ਸदैवी ਅਨਿਤ ਹੈ, ਇਹ ਨਿਤ ਨਹੀਂ ਰਹਿਣੀ। ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਰੈ। ਇਹ ਦੇਹ ਅਨਿਤ, ਗਿਆਨਵਾਨ ਕਹਿੰਦਾ ਇਹ ਦੇਹ ਅਨਿਤ ਹੈ, ਇਹ ਨਿਤ ਨਹੀਂ ਰਹਿਣੀ। ਦੁੱਖ ਸੁਖ ਪੀ ਨਸ਼ਵਰ ਹੋਰ ਜਾਣੇ। ਉਹ ਦੁੱਖ ਤੇ ਸੁੱਖ, ਜਿਹੜਾ ਸਰੀਰ ਨੂੰ ਦੁੱਖ ਮਿਲੇ ਤੇ ਸੁੱਖ ਮਿਲੇ ਉਹਨੂੰ ਵੀ ਨਸ਼ਵਰ ਸਮਝਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਨਹੀਂ ਕਿ ਜਿਹੜਾ ਗਿਆਨੀ ਹੁੰਦਾ ਉਹਨੂੰ ਦੁੱਖ ਸੁੱਖ ਨਹੀਂ ਲੱਗਦਾ ਸਰੀਰ ਨੂੰ। ਜਿਹੜੇ ਆਤਮ ਗਿਆਨੀ ਹੁੰਦੇ ਆ ਬਿਮਾਰ ਉਹ ਵੀ ਹੋ ਜਾਂਦੇ ਆ, ਸਰੀਰਾਂ ਨੂੰ ਉਹਨਾਂ ਦਿਆਂ ਨੂੰ ਵੀ ਖੇਚੜਾ ਹੁੰਦੀ ਹੈ। ਪਰ ਖਾਲਸਾ ਜੀ ਉਹ ਸਰੀਰ ਨੂੰ ਨਸ਼ਵਰ ਸਮਝਦੇ ਨੇ ਤੇ ਸਰੀਰ ਨੂੰ ਮਿਲਣ ਵਾਲਾ ਦੁੱਖ ਤੇ ਸੁੱਖ ਉਹਨੂੰ ਵੀ ਨਸ਼ਵਰ ਸਮਝਦੇ ਨੇ ਵੀ ਇਹ ਨਾਸ਼ਵਾਨ ਹੈ, ਇਹ ਵੀ ਨਾਸ਼ਵਾਨ ਹੈ। ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ 'ਚ ਰਹਿਣ ਵਾਲਾ ਇਹਦਾ ਸਾਖਸ਼ੀ ਹਾਂ, ਇਹਦਾ ਚੇਤਨ ਹਾਂ। ਉਹ ਇਸ ਤਰ੍ਹਾਂ ਵੇਖਦੇ ਆ। ਸਰੀਰ ਦਾ ਬੰਦ ਕੱਟਿਆ ਜਾਂਦਾ ਹੁੰਦਾ ਵੇਖ ਕੇ ਵੀ ਭਾਈ ਮਨੀ ਸਿੰਘ ਜੀ ਅਡੋਲ ਬੈਠੇ ਨੇ, 90 ਵਰ੍ਹਿਆਂ ਤੋਂ ਉੱਪਰ ਉਮਰ ਹੈ, ਪੀੜਾ ਨਹੀਂ ਵਿਆਪਦੀ, ਕਿਉਂਕਿ ਸਰੀਰ ਨੂੰ ਨਸ਼ਵਰ ਕਰਕੇ ਵੇਖ ਰਹੇ ਨੇ, ਉਹਦੇ ਤੋਂ ਅਸੰਗ ਹੋ ਗਏ ਨੇ। ਉਹਨੂੰ ਮਿਲਣ ਵਾਲਾ ਦੁੱਖ ਤੇ ਸੁੱਖ ਉਹਨੂੰ ਵੀ ਨਸ਼ਵਰ ਵੇਖਦੇ ਨੇ ਵੀ ਇਹ ਵੀ ਨਾਸ਼ਵਾਨ ਹੈ। ਦੁੱਖ ਤੇ ਸੁੱਖ ਦਾ ਸੰਬੰਧ ਤਨ ਨਾਲ ਹੈ ਨਾ, ਤੇ ਤਨ ਨਾਸ਼ਵਾਨ ਹੋਇਆ ਤੇ ਫਿਰ ਦੁੱਖ ਤੇ ਸੁੱਖ ਕਿਵੇਂ ਨਾਸ਼ਵਾਨ ਨਾ ਹੋਏ। ਮਹਾਰਾਜ ਜੀ ਕਹਿੰਦੇ ਜਿਹੜਾ ਗਿਆਨਵਾਨ ਹੈ, ਗਿਆਨੀ, ਉਹ ਇਸ ਤਰ੍ਹਾਂ ਵੇਖਦਾ ਹੈ। ਮਮਤਾ ਇਨ ਮੈਂ ਕਬੀ ਨ ਆਨੇ। ਪਾਤਸ਼ਾਹ ਦੇ ਬਚਨ ਨੇ ਸੁਖ ਦੁੱਖ ਜਿਹੇ ਪਰਸੈ ਨਹੀਂ। ਜਿਹਨੂੰ ਨਾ ਸੁਖ ਵਿਆਪਦਾ ਨਾ ਦੁੱਖ ਵਿਆਪਦਾ। ਅਰਖ ਸੋਗ ਦੋਨਾਂ ਵਿੱਚ ਗਿਆਨੰ ਸਮ ਦੁੱਖ ਸੁਖੰ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ। ਜਿਹੜੇ ਗਿਆਨਮਈ ਅਵਸਥਾ ਰੱਖਦੇ ਆ ਸੁੱਖ ਤੇ ਦੁੱਖ ਵਿੱਚ ਦੋਨਾਂ 'ਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਗਿਆਨੀ ਦੀ ਅਵਸਥਾ ਦੱਸੀ ਜਾ ਰਹੀ ਹੈ।
ਜਿਹੜਾ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ ਤੇ ਸੁੱਖ ਨਾਲ ਸਦੇ ਨਾ ਕਰੇ। ਪਾਤਸ਼ਾਹ ਕਹਿੰਦੇ ਜਿਹੜਾ ਗਿਆਨੀ ਹੁੰਦਾ ਹੈ ਸੇਠ ਜੀ, ਉਹ ਸੁੱਖ ਤੇ ਦੁੱਖ ਨੂੰ ਵੀ ਨਸ਼ਵਰ ਸਮਝਦਾ ਹੈ, ਸਰੀਰ ਨੂੰ ਵੀ ਨਸ਼ਵਰ ਜਾਣਦਾ ਹੈ। ਸਦਾ ਆਨੰਦ ਏਕ ਰਸ ਰਹੀ, ਉਹ ਆਪਣੇ ਨਿਜਾਪੇ 'ਚ ਸਦਾ ਆਨੰਦ 'ਚ ਰਹਿੰਦਾ। ਤਤੀਆਂ ਤਵੀਆਂ ਤੇ ਬੈਠਾ ਵੀ ਪਰਮੇਸ਼ਰ ਦੀਆਂ ਸਿਫਤਾਂ ਦੇ ਗੀਤ ਗਾਉਂਦਾ ਤੇ ਕਹਿੰਦਾ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤਤੀ ਤਵੀ ਤੇ ਬੈਠੇ ਵੀ ਕਹਿੰਦੇ ਵਾਹਿਗੁਰੂ ਤੇਰਾ ਕੀਤਾ ਹੈ। ਉੱਥੇ ਬੈਠੇ ਵੀ ਹਰਖ ਵਿੱਚ ਨੇ, ਆਨੰਦ ਵਿੱਚ ਨੇ। ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਣਾ ਲਾਈ, ਪੈਰਾਂ 'ਚ ਛਾਲੇ ਤੇ ਫਲੂਏ ਨੇ। 4 ਪੁੱਤਰਾਂ ਦਾ ਕੋਲ ਇੱਕ ਵੀ ਪੁੱਤ ਨਹੀਂ, ਸੇਵਾਦਾਰ ਕੋਈ ਨਹੀਂ, ਤੇ ਫਿਰ ਵੀ ਪਿਆਰੇ ਦੇ ਰੰਗ ਵਿੱਚ ਰੰਗਿਆ ਕਹਿੰਦੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਇਹ ਉਹ ਅਵਸਥਾ ਹੈ ਜਿਹੜੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਇੱਥੇ ਦੱਸ ਰਹੇ ਹਨ। ਹਰਖ ਸੋਗ ਦੋਨੇ ਲਹੀ, ਕਹਿੰਦੇ ਜਿਹੜਾ ਗਿਆਨਵਾਨ ਹੈ ਉਹ ਹਰਖ ਤੇ ਸੋਗ ਦੋਨਾਂ ਵਿੱਚ ਖਚਤ ਨਹੀਂ ਹੁੰਦਾ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰਖ ਤੇ ਸੋਗ ਜਿਹਨੂੰ ਨਹੀਂ, ਜਿਹੜਾ ਵੈਰੀ ਤੇ ਮਿੱਤਰ ਨੂੰ ਵੀ ਇੱਕ ਸਮਾਨ ਕਰਕੇ ਵੇਖਦਾ ਹੈ। ਪੁਨ ਮਾਨਵ ਜੇ ਹੈ ਜਗਿਆਸੀ, ਜਿਹੜੇ ਜਗਿਆਸੂ ਮਾਨਵ ਹਨ, ਜਿਨ੍ਹਾਂ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਆਸ ਹੈ। ਜਗਿਆਸੂ ਕਿਹਨੂੰ ਕਹਿੰਦੇ ਆ? ਜਗਿਆਸੂ ਦੀ ਪਰਿਭਾਸ਼ਾ ਕੀ ਹੈ? ਸੰਤ ਗਿਆਨੀ ਨਿਰੰਜਨ ਸਿੰਘ ਜੀ ਆਪ ਜੀ ਵਿੱਚੋਂ ਬਹੁਤ ਸਾਰੇ ਸਰੋਤੇ ਐਸੇ ਬੈਠੇ ਜਿਹੜੇ ਉਹਨਾਂ ਦੀ ਕਥਾ ਇਸ ਸਥਾਨ ਤੇ ਸੁਣਦੇ ਰਹੇ, ਜਿਨ੍ਹਾਂ ਨੇ ਆਪਣੇ ਜੀਵਨ ਦੇ 5 ਦਹਾਕੇ ਤੋਂ ਵੱਧ ਸਮਾਂ ਸਤਿਗੁਰੂ 9ਵੇਂ ਪਾਤਸ਼ਾਹ ਦੇ ਇਸ ਪਵਿੱਤਰ ਦਰਬਾਰ ਵਿੱਚ ਕਥਾ ਕਰਦਿਆਂ ਬਤੀਤ ਕੀਤੇ ਨੇ। ਉਹ ਜਗਿਆਸੂ ਦੇ ਅਰਥ ਕਰਦੇ ਬੜੇ ਪਿਆਰੇ। ਜਗਿਆਸੂ ਦੇ ਵੀ ਜਗਿਆਸੂ ਕਿਹਨੂੰ ਕਹਿੰਦੇ ਆ? ਉਹ ਕਹਿੰਦੇ ਜਾਗ ਪਈ ਹੈ ਜਿਨ੍ਹਾਂ ਦੇ ਮਨ ਵਿੱਚ ਆਸ ਉਸ ਪ੍ਰਭੂ ਨੂੰ ਮਿਲਣ ਦੀ। ਜਾਗ ਪਈ ਹੈ ਆਸ ਜਿਨ੍ਹਾਂ ਦੇ ਮਨ ਵਿੱਚ ਉਸ ਪ੍ਰਭੂ ਨੂੰ ਮਿਲਣ ਦੀ, ਉਹਨੂੰ ਕਹਿੰਦੇ ਆ ਜਗਿਆਸੂ। ਹੁਣ ਇਹ ਵੇਖੀਏ ਵੀ ਅਸੀਂ ਜਗਿਆਸੂ ਹਾਂ ਜਿੰਨੇ ਆਏ ਬੈਠੇ ਆ, ਕਿ ਸਾਡੇ ਅੰਦਰ ਪ੍ਰਭੂ ਨੂੰ ਮਿਲਣ ਦੀ ਆਸ ਹੈ? ਕਿ ਪ੍ਰਭ ਮਿਲਣੇ ਦਾ ਚਾਉ ਸਾਡੇ ਦਿਲਾਂ ਵਿੱਚ ਹਿਰਦਿਆਂ ਵਿੱਚ ਹੈ? ਜੇ ਹੈ ਤਾਂ ਜਗਿਆਸੂ ਹਾਂ, ਤੇ ਜੇ ਪ੍ਰਭੂ ਨੂੰ ਮਿਲਣ ਦੀ ਆਸ ਨਹੀਂ, ਕੇਵਲ ਇਹ ਆਸ ਹੈ ਮੇਰਾ ਕੇਸ ਜਿੱਤ ਜਾਵਾਂ ਮੈਂ, ਮੈਨੂੰ ਫਲਾਣੀ ਵਸਤੂ ਮਿਲ ਜਾਏ, ਫਲਾਣਾ ਪਦਾਰਥ ਮਿਲ ਜਾਏ, ਤੇ ਫਿਰ ਅਸੀਂ ਕੇਵਲ ਸਵਾਰਥੀ ਬੰਦੇ ਹੋ ਸਕਦੇ ਹਾਂ, ਜਗਿਆਸੂ ਨਹੀਂ। ਜਗਿਆਸੂ ਉਹ ਹੈ ਜਿਹਦੇ ਅੰਦਰ ਕੇਵਲ ਪ੍ਰਭੂ ਨੂੰ ਮਿਲਣ ਦੀ ਆਸ ਹੈ। ਹਾਲੇ ਤਾਂ ਅਸੀਂ ਜਗਿਆਸੂ ਨਹੀਂ ਬਣੇ ਤੇ ਗਿਆਨੀ ਪਹਿਲਾਂ ਕਹਾਣ ਲੱਗ ਪਈਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪੁਨ ਮਾਨਵ ਜੇ ਹੈ ਜਗਿਆਸੀ, ਜਿਹੜੇ ਜਗਿਆਸੀ ਮਾਨਵ ਨੇ ਜਿਨ੍ਹਾਂ ਅੰਦਰ ਪ੍ਰਭੂ ਨੂੰ ਮਿਲਣ ਦੀ ਆਸ ਹੈ। ਭਗਤ ਕਰਤ ਨਿਤ ਪ੍ਰਭ ਅਬਿਨਾਸ਼ੀ, ਉਹ ਜਗਿਆਸੂ ਲੋਕ ਪਰਮੇਸ਼ਰ ਦੀ ਭਗਤੀ ਕਰਦੇ ਨੇ, ਉਸ ਪ੍ਰਭੂ ਦੀ ਭਗਤੀ ਕਰਦੇ ਨੇ ਜਿਹੜਾ ਅਬਿਨਾਸੀ ਹੈ, ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਉਸ ਅਬਿਨਾਸੀ ਮਾਲਕ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਹਨ। ਦੋਹਰਾ ਸੋ ਜਾਣਤ ਇਸ ਬਿਦ ਹਿਰਦੇ, ਦੁੱਖ ਸੁਖ ਦੇ ਕਰਤਾਰ। ਜਿਹੜੇ ਗਿਆਨਵਾਨ ਦੀ ਅਵਸਥਾ ਵਿੱਚ ਟਿਕਣ ਵਾਲੇ ਗੁਰਮੁਖ ਨੇ, ਉਹ ਇਹ ਜਾਣਦੇ ਨੇ ਇਸ ਪ੍ਰਕਾਰ ਹਿਰਦੇ ਵਿੱਚ ਕਿ ਦੁੱਖ ਤੇ ਸੁੱਖ ਇਹਨਾਂ ਦੋਨਾਂ ਦਾ ਦਾਤਾ ਉਹ ਕਰਤਾਰ ਹੈ। ਹਮਰੋ ਪਰਮੇਸ਼ਵਰ ਮਿੱਤਰ, ਕਰਤ ਭਲੀ ਸਭ ਕਾਰ। ਉਹ ਇਹ ਜਾਣਦੇ ਨੇ ਜਗਿਆਸੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਕਹਿੰਦੇ ਪਰਮੇਸ਼ਰ ਸਾਡਾ ਮਿੱਤਰ ਹੈ, ਉਹ ਸਾਨੂੰ ਜੋ ਦੇਵੇਗਾ ਸਾਡੇ ਭਲੇ ਵਾਸਤੇ ਦੇਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚਾਹੇ ਦੁੱਖ ਦੇਵੇ ਤੇ ਚਾਹੇ ਸੁੱਖ ਦੇਵੇ, ਉਹ ਸਾਡਾ ਮਿੱਤਰ ਹੈ, ਉਹਨੇ ਸਾਡਾ ਭਲਾ ਹੀ ਕਰਨਾ। ਉਹ ਕਦੇ ਨਹੀਂ ਕਹਿੰਦੇ ਉਲਾਂਭਾ ਦਿੰਦੇ ਆ ਕਿ ਮੈਂ ਤੱਤੀ ਤਵੀ ਤੇ ਬੈਠਾ, ਉਹ ਕਹਿੰਦੇ ਉਹ ਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ।
ਉਹ ਕਹਿੰਦੇ ਮੇਰਾ ਮਿੱਤਰ ਜੋ ਦੇ ਰਿਹਾ ਹੈ, ਜੋ ਮੇਰਾ ਮਿੱਤਰ ਦੇ ਰਿਹਾ ਉਹ ਭਲਾ ਹੀ ਕਰ ਰਿਹਾ ਹੈ, ਉਹ ਕਦੇ ਪ੍ਰਮਾਤਮਾ ਨੂੰ ਲਾਂਭਾ ਨਹੀਂ ਦਿੰਦੇ। ਜੋ ਪਈ ਸੰਕਟ ਪਰੇ ਆਨ ਜਬ ਤਾਈ, ਜੇ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਸੰਕਟ ਪਵੇ ਆ ਕੇ, ਭਲ ਹੋਏ ਲਖੇ ਸੋ ਅਸਮਨ ਮਾਈ, ਉਹ ਫਿਰ ਵੀ ਕਹਿੰਦਾ ਭਲਾ ਹੀ ਹੋ ਰਿਹਾ, ਪਰਮੇਸ਼ਰ ਸਾਡਾ ਭਲਾ ਹੀ ਕਰ ਰਿਹਾ ਹੈ। ਪਾਪ ਕੀਏ ਸੇ ਜਾਏ ਬਿਲਾਈ, ਉਹ ਕਹਿੰਦੇ ਜੇ ਕੋਈ ਸੰਕਟ ਆ ਜਾਏ ਨਾ ਉਹਨਾਂ ਨੂੰ, ਉਹ ਕਹਿੰਦੇ ਪਰਮੇਸ਼ਰ ਭਲਾ ਹੀ ਕਰਦਾ, ਕੋਈ ਪਾਪ ਹੀ ਕੱਟ ਰਿਹਾ ਪਰਮੇਸ਼ਰ ਸਾਡਾ। ਕਹਿੰਦੇ ਕੋਈ ਪਾਪ ਹੀ ਆ ਜਿਹੜਾ ਪਰਮੇਸ਼ਰ ਕੱਟੀ ਜਾਂਦਾ, ਉਹਦਾ ਕਿੱਡਾ ਤਰਸ ਹੈ ਕਿ ਸੂਲ ਦਾ ਦੁੱਖ, ਸੂਲੀ ਦਾ ਦੁੱਖ ਸੂਲ 'ਚ ਕੱਟੀ ਜਾਂਦਾ, ਉਹ ਕਿੱਡਾ ਦਿਆਲੂ ਹੈ। ਜੇ ਕੋਈ ਸੰਕਟ ਆਵੇ ਤੇ ਕਹਿੰਦੇ ਪਰਮੇਸ਼ਰ ਭਲਾ ਕਰਦਾ, ਸਾਡੇ ਪਾਪ ਕੱਟ ਰਿਹਾ ਹੈ। ਕਿਉਂ ਮਨ ਜਾਨ ਪ੍ਰਸੰਨ ਰਹਾਈ, ਕਿਉਂ ਆਪਣੇ ਮਨ 'ਚ ਜਾਣ ਕੇ ਉਹ ਪ੍ਰਸੰਨ ਰਹਿੰਦੇ ਐ, ਉਹ ਖੇੜੇ 'ਚ ਰਹਿੰਦੇ ਐ। ਉਹ ਕਹਿੰਦੇ ਜੋ ਪਰਮੇਸ਼ਰ ਕਰ ਰਿਹਾ ਭਲਾ ਹੀ ਕਰ ਰਿਹਾ, ਸਾਡੇ ਹੀ ਪਾਪ ਕੀਤੇ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਨਿਰਵਿਰਤੀ ਕਰਕੇ ਸਾਡੀ ਬੰਦ ਖਲਾਸੀ ਕਰਨ ਵਾਲਾ ਹੈ। ਜੋ ਰੋਗੀ ਟਿਗ ਭੇਖ ਕੇ ਆਵੇ, ਜਿਵੇਂ ਕੋਈ ਰੋਗੀ ਕਿਸੇ ਵੈਦ ਕੋਲ, ਡਾਕਟਰ ਕੋਲ ਜਾਂਦਾ, ਕਟੂ ਔਖ ਦੀ ਲੈ ਤਾਹੇ ਖਵਾਵੇ, ਉਹ ਡਾਕਟਰ ਜਿਹੜਾ ਕੋਈ ਕੌੜੀ ਦਵਾਈ ਜਿਹੜੀ ਆ ਉਸ ਰੋਗੀ ਨੂੰ ਦਿੰਦਾ, ਉਹਦਾ ਰੋਗ ਵੇਖ ਕੇ ਹੋਏ ਪ੍ਰਸੰਨ ਸੋ ਭਖਨ ਕਰਈ, ਰੋਗੀ ਨੂੰ ਪਤਾ ਵੀ ਕੌੜੀ ਦਵਾਈ ਆ, ਪਰ ਫਿਰ ਵੀ ਉਹ ਖੁਸ਼ੀ ਨਾਲ ਖਾ ਲੈਂਦਾ ਵੀ ਇਹਨੂੰ ਖਾ ਕੇ ਮੇਰਾ ਰੋਗ ਕੱਟਿਆ ਜਾਣਾ। ਫਿਰ ਵੀ ਉਹ ਖੁਸ਼ੀ ਨਾਲ ਖਾਂਦਾ ਨਾ ਵੀ ਕੌੜੀ ਦਵਾਈ ਹੈ, ਫਿਰ ਵੀ ਉਹ ਖਾਂਦਾ ਖੁਸ਼ੀ ਨਾਲ ਵੀ ਇਹਨੂੰ ਖਾ ਕੇ ਮੇਰਾ ਰੋਗ ਕੱਟ ਹੋਣਾ। ਜਾਣੇ ਰੋਗ ਸਤਲ ਮਮ ਹਰਈ, ਕਿ ਮੇਰਾ ਰੋਗ ਇਸ ਕੌੜੀ ਦਵਾਈ ਨਾਲ ਦੂਰ ਹੋਵੇਗਾ। ਤਿਉ ਭੋਗੇ ਨਿਜ ਕਰਮਨ ਸੋ, ਏਦਾਂ ਜਿਹੜੇ ਗਿਆਨਵਾਨ ਨੇ, ਜੇ ਉਹਨਾਂ ਨੂੰ ਕੋਈ ਕਸ਼ਟ ਆਵੇ ਤੇ ਕਹਿੰਦੇ ਪਰਮੇਸ਼ਰ ਦਵਾਈ ਦਿੰਦਾ ਕੌੜੀ, ਇਹਦੇ ਨਾਲ ਸਾਡਾ ਰੋਗ ਕੱਟਿਆ ਜਾ ਰਿਹਾ, ਦੁੱਖ ਦਾਰੂ ਸੁਖ ਰੋਗ ਭਇਆ। ਪਰਮੇਸ਼ਰ ਦਵਾਈ ਪਿਆ ਦਿੰਦਾ, ਇਹ ਕੜਵੀ ਹੈ ਪਰ ਇਹਦੇ ਨਾਲ ਸਾਡੇ ਪਾਪ ਕੱਟੇ ਜਾ ਰਹੇ ਨੇ, ਸਾਡੇ ਮਾੜੇ ਕਰਮ ਕੱਟੇ ਜਾ ਰਹੇ ਨੇ। ਪ੍ਰਭ ਕੀ ਭਗਤ ਰਤੇ ਹੈ ਜੋ, ਉਹ ਏਦਾਂ ਪ੍ਰਭੂ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ ਜਿਹੜੇ। ਦੁੱਖ ਹੋਵੇ ਤੋ ਪਾਪ ਮਿਟਾਈ, ਉਹ ਕਿ ਦੁੱਖ ਹੋਵੇ ਤੇ ਕਹਿੰਦੇ ਪਾਪ ਮਿਟ ਰਹੇ ਨੇ। ਸੁਖ ਭੋਗੇ ਤੋ ਪੁੰਨ ਬਿਲਾਈ, ਜੇ ਸੁੱਖ ਆਵੇ ਤੇ ਕਹਿੰਦੇ ਸਾਡੇ ਪੁੰਨ ਵੀ ਖਤਮ ਹੋ ਰਹੇ ਨੇ। ਦੁੱਖਾਂ ਦੇ ਨਾਲ ਪਾਪ ਕੱਟੇ ਜਾਂਦੇ ਐ, ਸੁੱਖ ਆਉਣ ਤੇ ਪੁੰਨ ਖਤਮ ਹੋ ਜਾਂਦੇ ਹਨ, ਕਿਉਂਕਿ ਪੁੰਨਾਂ ਕਰਕੇ ਸੁੱਖ ਮਿਲਦੇ ਹਨ। ਤੋ ਪੁੰਨਾਂ ਦੇ ਨਾਲ ਸੁੱਖ ਸੁੱਖ ਪ੍ਰਾਪਤ ਹੁੰਦੇ ਤੇ ਪੁੰਨ ਕੱਟੇ ਜਾਂਦੇ ਹਨ। ਏਦਾਂ ਪਾਪਾਂ ਤੇ ਪੁੰਨਾਂ ਦੋਨਾਂ ਤੋਂ ਰਹਿਤ ਹੋ ਕੇ ਫਿਰ ਉਹ ਗਿਆਨਵਾਨ ਮੁਕਤ ਹੋ ਜਾਂਦੇ ਨੇ। ਉਹਨਾਂ ਬਾਬਤ ਗੁਰਦੇਵ ਨੇ ਕਿਹਾ, ਪਾਪ ਪੁੰਨ ਦੋ ਭਈ ਕਹਾਵਤ, ਕੋਉ ਨਰਕ ਕੋਉ ਸੁਰਗ ਬੰਛਾਵਤ। ਕਹਿੰਦੇ ਹੁਣ ਉਹਨਾਂ ਵਾਸਤੇ ਪਾਪ ਤੇ ਪੁੰਨ ਦੋਵੇਂ ਕਹਿਵਤ ਬਣ ਗਏ ਨੇ। ਹੁਣ ਉਹਨਾਂ ਲਈ ਪਾਪ ਤੇ ਪੁੰਨ ਨਹੀਂ ਰਹੇ। ਦੋਹਰਾ ਪੂਰਬ ਲੈ ਸਭ ਜਨਮ ਮੈਂ ਕਰਮ ਕੀਏ ਹੈ ਜੋਏ। ਪਾਤਸ਼ਾਹ ਕਹਿੰਦੇ ਪੂਰਬਲੇ ਜਿਤਨੇ ਵੀ ਜਨਮ ਨੇ, ਉਹਨਾਂ ਜਨਮਾਂ ਵਿੱਚ ਜੀਵ ਨੇ ਜਿੰਨੇ ਵੀ ਕਰਮ ਕੀਤੇ ਹਨ, ਨਿਸ਼ਚੈ ਭੋਗੇ ਚਾਹੀਏ ਕਹਿ ਬਿਦ ਮਿਟਨ ਨਾ ਹੋਏ। ਕਹਿੰਦੇ ਉਹ ਭੋਗਣੇ ਹੀ ਪੈਣੇ ਹਨ, ਪਰਾਲਬਧ ਜਦੋਂ ਬਣ ਗਏ ਉਹ ਭੋਗਣੇ ਹੀ ਪੈਣਗੇ, ਉਹ ਕਿਸੇ ਪ੍ਰਕਾਰ ਨਾਲ ਨਹੀਂ ਮਿਟਣੇ। ਪਰਾਲਬਧ ਭੋਗਣੀ ਹੀ ਪਵੇਗੀ, ਉਹ ਬ੍ਰਹਮ ਗਿਆਨੀਆਂ ਨੂੰ ਵੀ ਭੋਗਣੀ ਪੈਂਦੀ ਹੈ। ਉਹ ਭੋਗੇ ਬਿਨਾ ਨਸ਼ਟ ਨਹੀਂ ਹੁੰਦੇ, ਕਿਉਂਕਿ ਜਿਹੜਾ ਤੀਰ ਚੱਲ ਗਿਆ ਨਾ ਕਮਾਨ ਚੋਂ, ਉਹਨੇ ਨਿਸ਼ਾਨੇ ਤੇ ਪਹੁੰਚਣਾ ਹੀ ਪਹੁੰਚਣਾ। ਤ੍ਰੈ ਪ੍ਰਕਾਰ ਦੇ ਕਰਮ ਹਨ, ਸੰਚਿਤ ਕਰਮ, ਕਿਰਿਆਮਾਨ ਕਰਮ ਤੇ ਪ੍ਰਾਰਬਧ ਕਰਮ। ਸੰਚਿਤ ਕਰਮ ਤੇ ਕਿਰਿਆਮਾਨ ਕਰਮ ਪਰਮੇਸ਼ਰ ਦੀ ਭਗਤੀ ਕੀਤਿਆਂ ਨਸ਼ਟ ਹੋ ਜਾਂਦੇ ਨੇ, ਪਰ ਜਿਹੜੇ ਪ੍ਰਾਰਬਧ ਕਰਮ ਨੇ ਗੁਰੂ ਖਾਲਸਾ ਜੀ, ਉਹ ਭੋਗਣੇ ਹੀ ਪੈਂਦੇ ਹਨ। ਉਹ ਵੱਡਿਆਂ ਵੱਡਿਆਂ ਮਹਾਂਪੁਰਸ਼ਾਂ ਨੂੰ ਵੀ ਭੋਗਣੇ ਪਏ ਹਨ। ਸੋ ਇਸ ਕਰਕੇ ਬਾਦਸ਼ਾਹ ਇੱਥੇ ਦੱਸਦੇ ਨੇ ਕਿ ਉਹਨਾਂ ਨੂੰ ਮਿਟਾਉਣ ਦਾ ਹੋਰ ਕੋਈ ਤਰੀਕਾ ਨਹੀਂ, ਉਹ ਭੋਗਣੇ ਹੀ ਪੈਣਗੇ। ਜੋ ਪਈ ਸਤ ਸੰਗੀ ਅਸ ਕਰੇ ਵਿਚਾਰਾ, ਜਿਹੜੇ ਸਤ ਸੰਗੀ ਪੁਰਸ਼ ਨੇ, ਸਤ ਸੰਗਤ ਕਰਨ ਵਾਲੇ,
ਉਹ ਇਉਂ ਆਪਣੇ ਮਨ 'ਚ ਵਿਚਾਰ ਕਰਦੇ ਹਨ। ਦੁੱਖ ਸੁਖ ਮੈਂ ਰਹੀ ਇੱਕ ਸਾਰਾ, ਦੁੱਖ ਤੇ ਸੁੱਖ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖਦੇ ਨੇ ਰੱਬ ਦੇ ਪਿਆਰੇ ਸਤ ਸੰਗੀ। ਲਖੇ ਮੀਤੇ ਹਮਰਾ ਕਰਤਾਰਾ, ਇਹ ਜਾਣਦੇ ਨੇ ਕਿ ਮੇਰਾ ਮਿੱਤਰ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰਾ ਮਿੱਤਰ ਹੈ। ਜੋ ਕਿਛ ਕਰੇ ਸੋ ਨੀਕੀ ਕਾਰਾ, ਕਹਿੰਦੇ ਮੇਰਾ ਮਿੱਤਰ ਜੋ ਕਰਦਾ ਭਲਾ ਕਰਦਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਉਹ ਕਹਿੰਦੇ ਮੇਰਾ ਮਿੱਤਰ ਜੋ ਕਰਦਾ ਮੇਰੇ ਲਈ ਇਹੀ ਭਲਾ, ਉਹ ਚੰਗਾ ਹੀ ਕਰਦਾ। ਮੇਰਾ ਮਿੱਤ ਜੋ ਹੈ ਉਹ ਕਦੇ ਨਹੀਂ ਕਹਿੰਦੇ ਮੇਰੇ ਮਿੱਤਰ ਨੇ ਮਾੜਾ ਕਰਨਾ। ਉਹ ਕਹਿੰਦੇ ਜੋ ਕਰੇਗਾ ਮੇਰਾ ਮਿੱਤਰ ਹੈ ਨਾ ਤੇ ਉਹਨੇ ਭਲਾ ਹੀ ਕਰਨਾ ਹੈ। ਉਹ ਆਪਣੇ ਕਰਤਾਰ ਨੂੰ ਵਾਹਿਗੁਰੂ ਨੂੰ ਆਪਣਾ ਮਿੱਤਰ ਜਾਣਦੇ ਨੇ ਔਰ ਕਹਿੰਦੇ ਜੋ ਕਿਛ ਕਰਹਿ ਸੋ ਨੀਕੀ ਕਾਰਾ। ਉਹ ਜੋ ਕਰੇਗਾ ਚੰਗਾ ਹੀ ਕਰੇਗਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਭਾਵੇ ਉਹੀ ਭਲਾ। ਉਨ ਜਗ ਮੈਂ ਜੇ ਨਰ ਅਗਿਆਨੀ, ਫਿਰ ਜਿਹੜੇ ਇਸ ਜਗਤ ਵਿੱਚ ਅਗਿਆਨੀ ਲੋਕ ਨੇ ਗਿਆਨ ਵਿਹੂਣੇ ਉਹਨਾਂ ਬਾਰੇ ਸੁਣੋ। ਦੁੱਖ ਮੈਂ ਬੋ ਮਮਤਾ ਮਨ ਮਾਨੀ, ਉਹ ਦੁੱਖ ਦੇ ਵਿੱਚ ਬਹੁਤੀ ਮਮਤਾ ਕਰਦੇ ਨੇ ਆਪਣੇ ਮਨ ਵਿੱਚ। ਖੇਦ ਪਾਏ ਭੋਗਤੇ ਸਭਈ, ਉਹ ਦੁੱਖ ਪਾ ਕੇ ਉਹਨਾਂ ਕਰਮਾਂ ਨੂੰ ਦੁੱਖ ਨੂੰ ਭੋਗਦੇ ਹਨ। ਭੋਗੇ ਬਿਨਾ ਨ ਛੂਟੇ ਕਬਈ, ਉਹ ਭੋਗੇ ਬਿਨਾ ਉਸ ਦੁੱਖ ਤੋਂ ਛੁੱਟਦੇ ਨਹੀਂ ਜਿਹੜੇ ਅਗਿਆਨੀ ਹਨ। ਇੱਕ ਤੋਂ ਤਨ ਦੁੱਖ ਭੋਗੇ ਸੋਈ, ਇੱਕ ਤਾਂ ਤਨ ਦਾ ਦੁੱਖ ਭੋਗਦੇ ਹਨ, ਦੂਸਰ ਅਧਿਕ ਹਿਰਦੇ ਦੁੱਖ ਹੋਈ। ਦੂਜਾ ਉਹਨਾਂ ਦੇ ਹਿਰਦੇ ਵਿੱਚ ਵੀ ਦੁੱਖ। ਗਿਆਨਵਾਨ ਦਾ ਸਰੀਰ ਦੁਖੀ ਹੋਵੇਗਾ ਪਰ ਉਹਦੇ ਮਨ 'ਚ ਵਿਗਾਸ ਹੋਵੇਗਾ। ਨਾਨਕ ਭਗਤਾਂ ਸਦਾ ਵਿਗਾਸ। ਅਗਿਆਨੀ ਦਾ ਤਨ ਦੁਖੀ ਹੁੰਦਾ ਉਹਦਾ ਮਨ ਵੀ ਦੁਖੀ ਹੁੰਦਾ। ਤਨ ਨਾਲੋਂ ਵੱਧ ਦੁਖੀ ਉਹਦਾ ਮਨ ਹੋਵੇਗਾ। ਉਹਨੇ ਮਨ 'ਚ ਵੀ ਉਸ ਦੁੱਖ ਨੂੰ ਦੁੱਖ ਕਰਕੇ ਮੰਨਣਾ ਹੈ। ਹਾਂਜੀ, ਇਸ ਪ੍ਰਕਾਰ ਕੈ ਕਿਰਪਾ ਨਿਦਾਨਾ, ਇਸ ਪ੍ਰਕਾਰ ਇਹ ਬਚਨ ਕਰਕੇ ਸ੍ਰੀ ਮੁਖ ਇਹੋ ਸਲੋਕ ਬਖਾਨਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਇੱਕ ਪਾਵਨ ਸ਼ਲੋਕ ਉਚਾਰਨ ਕੀਤਾ ਜੋ ਰਾਮਕਲੀ ਕੀ ਵਾਰ ਵਿੱਚ ਦਰਜ ਹੈ। ਗਰੀਬ ਨਵਾਜ ਸਾਹਿਬ ਜੀ ਨੇ ਜਿਹੜਾ ਪਾਵਨ ਸ਼ਲੋਕ ਉਚਾਰਿਆ ਇਹਦਾ ਸਾਰ ਹੈ ਨਾਨਕ ਦੁਖੀਆ ਸਭ ਸੰਸਾਰ। ਤੇ ਪ੍ਰਮਾਣ ਦੇ ਰਹੇ ਨੇ ਕਿਹੜੇ ਕਿਹੜੇ ਦੁਖੀ ਹੋਏ ਨੇ। ਕਿੱਡੇ ਕਿੱਡੇ ਵੱਡੇ ਰਾਜੇ ਸਹੰਸਰ ਦਾਨ ਦੇ ਅੰਦਰ ਰੁਆਇਆ, ਪਰਸਰਾਮ ਰੋਵੈ ਘਰੇ ਆਇਆ, ਅਜੈ ਸੋ ਰੋਵੈ ਭਿਖਿਆ ਖਾਏ, ਐਸੀ ਦਰਗਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਉਰੂ ਵਾਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਇਹਨਾਂ ਸਾਰਿਆਂ ਦਾ ਪ੍ਰਮਾਣ ਦੇ ਕੇ ਪਾਤਸ਼ਾਹ ਦੱਸ ਰਹੇ ਨੇ। ਇਹ ਕੌਣ ਕੌਣ ਸਨ ਇਹਨਾਂ ਦੀ ਵਿਆਖਿਆ ਅੱਗੇ ਗੁਰਦੇਵ ਜੀ ਕਰਨਗੇ। ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਇਹ ਸਾਰੀ ਕਥਾ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ ਸਾਡਿਆਂ ਸਾਰਿਆਂ ਦੀਆਂ ਹਾਜ਼ਰੀਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਲਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸੀ
ਤਾਸ हे पुरन हे सर्ब मैं ਪੰਜਨ ਗੁਣ ਤਾਸ हे संगी हे निरंकार ਏ ਨਿਰਗੁਣ ਸਭ ਟੇਕ हे गोबिंद हे गुण निधान ਕੀ ਸਦਾ ਬਵੇਕ हे अपरंपर हर हरे ਪੀਓ ਅਣਹਾਰ हे संत कै सदा संग ਧਾਰਾ ਆਧਾਰ हे ठाकुर हों दासरो ਨਿਰਗੁਣ ਗੁਣ ਨਹੀਂ ਕੋਇ नानक दीजै नाम दान ਹੋਈਐ ਪਰੋ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤ ਨਿਆਲ वाहिगुरु